ਸੱਤਾ ਦੇ ਦੋ ਕੇਂਦਰਾਂ 'ਚ ਜਾਂ ਦੋ ਪਾਰਟੀਆਂ ਦੇ ਵਿੱਚ ਜਿਹੜਾ ਯੁੱਧ ਹੁੰਦਾ ਹੈ, ਉਹ ਸਟੇਟ ਤੇ ਕਿਵੇਂ ਭਾਰੂ ਪੈਂਦਾ ਹੈ, ਕਿਵੇਂ ਉਹਦੀ ਵਰਕਿੰਗ ਪ੍ਰਭਾਵਿਤ ਹੁੰਦੀ ਹੈ, ਗੱਲ ਉਹਦੇ ਤੇ ਕਰਾਂਗੇ। ਬੇਸ਼ੱਕ ਇਨੀ ਦਿਨੀ ਗਵਰਨਰ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਠੰਡ ਢੰਡੌਲਾ ਹੈ, ਲੇਕਿਨ ਸੀਤ ਯੁੱਧ, ਠੰਡੀ ਜੰਗ ਬਾਦਸਤੂਰ ਜਾਰੀ ਹੈ। ਅੱਜ ਵੀ ਬਹੁਤ ਸਾਰੇ ਮਾਮਲੇ ਫਸੇ ਹੋਏ ਨੇ ਔਰ ਅੱਜ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਮੁੱਖ ਮੰਤਰੀ ਦੀ ਵਰਕਿੰਗ ਤੇ ਗਵਰਨਰ ਦੀ ਵਰਕਿੰਗ ਕਿਵੇਂ ਦੀ ਹੈ ਔਰ ਕਿੱਥੇ ਕਿੱਥੇ ਪੇਚ ਫਸੇ ਹੋਏ ਨੇ, ਕਿੱਥੇ ਕਿੱਥੇ ਸਟੇਟ ਪ੍ਰਭਾਵਿਤ ਹੋ ਰਹੀ ਹੈ ਤੇ ਅੱਜ ਦਾ ਸੰਦਰਭ ਕੀ ਹੈ। ਅੱਜ ਜਦੋਂ ਈਡੀ ਕਾਫੀ ਸਰਗਰਮ ਹੈ ਪੰਜਾਬ ਦੇ ਕਈ ਮਾਮਲਿਆਂ ਦੇ ਵਿੱਚ, ਤਾਂ ਅਫਸਰ ਫੈਸਲੇ ਲੈਣ ਤੋਂ ਝਿਜਕ ਰਹੇ ਨੇ। ਮੁੱਖ ਮੰਤਰੀ ਕਈ ਫੈਸਲੇ ਲੈ ਕੇ ਉਹਦੇ ਵਿੱਚ ਕੋਰਟਾਂ ਕਚਹਿਰੀਆਂ 'ਚ ਫਸੇ ਹੋਏ ਨੇ। ਗਵਰਨਰ ਇੱਕ ਕਦਮ ਅੱਗੇ ਰੱਖਦੇ ਆ, ਤਿੰਨ ਕਦਮ ਪਿੱਛੇ ਚਲੇ ਜਾਂਦੇ ਆ, ਤਿੰਨ ਕਦਮ ਅੱਗੇ ਲੈਂਦੇ ਆ, ਦੋ ਕਦਮ ਪਿੱਛੇ ਹੋ ਜਾਂਦੇ ਨੇ। ਹਾਲਾਂਕਿ ਸ਼ਾਇਦ ਉਹਨਾਂ ਦੇ ਅੰਦਰ ਇਹ ਸਵੈਮਾਨ ਹੈ ਜਿਹੜਾ ਕਦੇ ਕਦੀ ਹਉਮੈ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ ਕਿ ਉਹਨਾਂ ਕੋਲ ਅਨੁਭਵ ਬਹੁਤ ਹੈ। ਉਹ ਬਹੁਤ ਵਾਰੀ ਦੇ ਗਵਰਨਰ ਨੇ, ਉਹ ਬਹੁਤ ਵਾਰੀ ਦੇ MP ਨੇ, ਉਹਨਾਂ ਨੇ ਬਹੁਤ ਸਾਰੀਆਂ ਚੋਣਾਂ ਲੜੀਆਂ ਨੇ ਤੇ ਸਿਆਸੀ ਤੌਰ ਤੇ ਬੜੇ ਮੈਚੁਰ ਨੇ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਸੋਚ ਕੇ ਕਿ ਉਹ ਤਾਂ ਬੜੇ ਬੜੇ ਘਾਗ ਧਰੰਦਰ ਧਰਾਸ਼ਾਹੀ ਕਰਕੇ ਆਏ ਨੇ, ਉਹਨਾਂ ਬਾਦਲ ਹਰਾਤੇ, ਕੈਪਟਨ ਹਰਾਤੇ, ਸਾਰੇ ਹੀ ਹਰਾਤੇ ਤੇ ਬਨਵਿਆਂ ਨਾਲ ਆਏ ਨੇ। ਇਹ ਮਾਣ ਤਾਣ ਤਾਂ ਬਣੀ ਜਾਂਦਾ ਜਿਹੜਾ ਕਦੇ ਕਦੇ ਹਉਮੈ ਦੇ ਵਿੱਚ ਬਦਲ ਜਾਂਦਾ ਹੈ। ਸੋ ਇਹ ਦੋ ਤਰੀ ਈਗੋ ਦੇ ਵਿੱਚ ਸਟੇਟ ਫਸ ਕੇ ਰਹਿ ਗਈ ਆ। ਹੁਣ ਤੁਸੀਂ ਬੈਬਲ ਬਰਗਾੜੀ ਮਾਮਲਿਆਂ ਨੂੰ ਦੇਖ ਲਓ, ਨਸ਼ਿਆਂ ਨੂੰ ਦੇਖ ਲਓ, ਕੋਰਟਾਂ 'ਚ ਫਸੇ ਹੋਏ ਪੰਚਾਇਤ ਦੇ ਮਾਮਲੇ, RDF ਦੇ ਮਾਮਲੇ, ਕੇਂਦਰ ਨਾਲ ਕਈ ਮਾਮਲੇ। ਕੱਲ ਹੁਣ ਸੁਪਰੀਮ ਕੋਰਟ ਦੇ ਵਿੱਚ ਚੰਡੀਗੜ੍ਹ ਤੇ ਟਿੱਪਣੀ ਆਉਂਦੀ ਆ, ਗਵਰਨਰ ਸਾਹਿਬ ਚੰਡੀਗੜ੍ਹ ਦੇ ਮਾਮਲਿਆਂ 'ਚ ਹੋਰ ਤਰੀਕੇ ਨਾਲ ਵਿਚਰਦੇ ਆ, ਪੰਜਾਬ ਸਰਕਾਰ ਹੋਰ ਤਰੀਕੇ ਨਾਲ ਵਿਚਰਦੀ ਆ। ਅਸੀਂ ਕੁਝ ਮਾਮਲੇ ਲਵਾਂਗੇ। ਭਾਰਤੀ ਜਨਤਾ ਪਾਰਟੀ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸਕੱਤਰ ਬਣਾ ਕੇ ਇੱਕ ਸਿੱਖ ਚਿਹਰੇ ਨੂੰ ਅੱਗੇ ਵਧਾਇਆ, ਪਰ ਨਾਲ ਦੀ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਕੀ ਦਿੱਤੀ ਜਾ ਰਹੀ ਹੈ, ਇੱਥੇ ਵੀ ਜਾਣੇ ਆ ਔਰ ਜਾਵਾਂਗੇ ਅਸੀਂ। ਜਿਹੜੀ ਇੰਡੀਆ ਬਨਾਮ NDA ਪੋਲਿਟਿਕਸ ਹੋ ਰਹੀ ਆ, ਉਹਦੇ ਵਿੱਚ ਕਾਫੀ ਰੌਚਕਤਾ ਹੈ, ਉੱਤੇ ਜਾਣੇ ਆ। ਜਦੋਂ ਲੁਧਿਆਣੇ ਦੀਆਂ ਪੰਚਾਇਤਾਂ ਦੇ 100 ਕਰੋੜ ਦਾ ਮਾਮਲਾ ਆਉਂਦਾ, ਇੱਕੋ ਦਿਨ ਦੇ ਵਿੱਚ 15 ਚੈੱਕਾਂ ਰਾਹੀਂ 80 ਲੱਖ ਕਢਵਾਉਣ ਦੀ ਗੱਲ ਆਉਂਦੀ ਆ, ਰਿਕਾਰਡ ਨਾ ਦੇਣ ਦੀ ਗੱਲ ਆਉਂਦੀ, ਗੱਲ ਉਹ ਵੀ ਕਰਨੀ ਬਣਦੀ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਆਪਾਂ ਹੁੰਨੇ ਆ ਕਿ ਭਾਵੇਂ ਇੰਨੀ ਦਿਨੀ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਸਭ ਠੀਕ ਚੱਲ ਰਿਹਾ ਦਿਸਦਾ ਹੈ, ਪਰ ਅੰਦਰ ਖਾਤੇ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਲਈ ਵਿਉਂਤਬੰਦੀ ਜਿਉਂ ਦੀ ਤਿਉਂ ਆ। ਇਹਦੇ ਵਿੱਚ ਸਟੇਟ ਸਫਰ ਕਰਦੀ ਹੈ। ਮੈਂ ਸਮਝਣਾ ਚਾਹੂੰਗਾ ਇਸ ਵਰਕਿੰਗ ਨੂੰ, ਮੁੱਖ ਮੰਤਰੀ ਸਾਹਿਬ ਦੀ ਵਰਕਿੰਗ ਨੂੰ ਲੈ ਕੇ ਵੀ ਮੰਨਿਆ ਜਾ ਰਿਹਾ ਕਿ ਕਈ ਫੈਸਲੇ ਕੋਰਟਾਂ 'ਚ ਫਸ ਗਏ, ਕਈ ਮਾਮਲੇ ਕੇਂਦਰ ਨਾਲ ਫਸ ਗਏ, ਕਈ ਗਵਰਨਰ ਕੋਲ ਜਾ ਕੇ ਫਸ ਗਏ, ਭਾਵੇਂ ਉਹ ਬਿੱਲ ਸੀਗੇ ਜਿੰਨਾ ਕਾਨੂੰਨ ਬਣਨਾ ਸੀ। ਸੋ ਇਹ ਟਕਰਾਅ ਦੇ ਤਹਿਤ ਕਿਤੇ ਮੁੱਖ ਮੰਤਰੀ ਸਾਹਿਬ ਬਨਵੇਂ ਵਾਲੀ ਹਉਮੈ ਨਾਲ ਤਾਂ ਨਹੀਂ ਗਰਸੇ ਹੋਏ ਤੇ ਗਵਰਨਰ ਸਾਹਿਬ ਆਪਣੀ ਜਿੱਦ ਪਗਾਉਣ ਵਾਲੇ ਗਵਰਨਰ ਵਜੋਂ ਕਿਉਂ ਜਾਣੇ ਜਾਣ ਲੱਗ ਪਿਆ। ਇੰਨਾ ਅਨੁਭਵ, ਵਿਸ਼ਾਲ ਅਨੁਭਵ ਕਿਤੇ ਉਹਨਾਂ ਤੇ ਭਾਰੀ ਤਾਂ ਨਹੀਂ ਪੈ ਰਿਹਾ, ਡੋਮੀਨੇਟ ਤਾਂ ਨਹੀਂ ਕਰ ਰਿਹਾ, ਜਿਹਦੇ ਵਿੱਚ ਉਹਨਾਂ ਨੇ ਜੋ ਐਕਟ ਕਰਨਾ ਉਹ ਪ੍ਰਭਾਵਿਤ ਹੋ ਰਿਹਾ ਔਰ ਜਿਹਦੇ ਨਾਲ ਸਟੇਟ ਵੀ ਪ੍ਰਭਾਵਿਤ ਹੋ ਰਹੀ ਹੈ ਔਰ ਉਹਨਾਂ ਦਾ ਅਕਸ ਵੀ ਖਰਾਬ ਹੋ ਰਿਹਾ। ਕੀ ਕਹਿੰਦੇ ਰੰਧਾਵਾ ਸਾਹਿਬ? ਦੇਖੋ, ਪਿਛਲੇ ਦਿਨੀ ਜਦੋਂ ਸ਼ਨੀਵਾਰ ਨੂੰ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਹਦੇ 'ਚ ਕਿਹਾ ਕਿ ਜਿਹੜੀਆਂ ਚਿੱਠੀਆਂ ਉਹਨਾਂ ਨੇ ਮੈਨੂੰ ਦਾ ਜਵਾਬ ਉਹ ਮੰਗ ਰਹੇ ਨੇ ਮੇਰੇ ਤੋਂ, ਉਹਨਾਂ ਚਿੱਠੀਆਂ ਦੀ ਤੁਸੀਂ ਜੇ ਇਬਾਰਤ ਪੜ੍ਹੋ ਸਭ ਦੀ, ਤਾਂ ਤੁਹਾਨੂੰ ਇੱਕ ਹੰਕਾਰ ਦੀ ਬੂ ਆਏਗੀ। ਤਾਂ ਉਹਨਾਂ 'ਚ ਉਹ ਡੋਮੀਨੇਟਿੰਗ ਪਰਸਨੈਲਿਟੀ ਟਾਈਪ ਨੇ ਕਿ ਤੁਰੰਤ ਕੰਮ ਹੋਣ। ਇਹ ਮੈਨੂੰ ਇੱਕ ਬਹੁਤ ਸੀਨੀਅਰ ਅਫਸਰ ਹੈਗੇ ਨੇ, ਉਹਨਾਂ ਨੇ ਵੀ ਜਦੋਂ ਦੱਸਿਆ ਕਿ ਪਿਛਲੇ ਦਿਨੀ ਜਦੋਂ ਉਹਨਾਂ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਬਾਲਾ ਮੁਰਗਨ ਨੂੰ ਹਟਾਇਆ ਸੀ ਤਾਂ ਉਹਨਾਂ ਨੇ ਚੀਫ ਸੈਕਟਰੀ ਜਿਹੜੇ VK ਜੰਜੂਆ ਸੀਗੇ ਉਹਨਾਂ ਨੂੰ ਤੁਰੰਤ ਕਿਹਾ ਵੀ ਇਹਨੂੰ ਹਟਾ ਕੇ ਮੈਨੂੰ ਹੁਣੀ ਲਗਾਓ ਬੰਦਾ। ਯਾਨੀ ਕਿ ਅਦਰਵਾਈਜ਼ ਤਾਂ ਕਦੇ ਨਹੀਂ ਹੁੰਦਾ। ਉਹ ਕਹਿ ਦਿੰਦੇ ਆ ਵੀ ਹਾਂ ਇੱਕ ਨਵਾਂ ਕੋਈ ਬੰਦਾ ਲਗਾ ਦਿਓ, ਇੱਥੇ ਇਹਨਾਂ ਦੀ ਟਰਮ ਪੂਰੀ ਹੋ ਗਈ ਹੈ ਤੇ ਕੋਈ ਹੋਰ ਭੇਜ ਦਿਓ, ਫਿਰ ਇੱਕ ਪੈਨਲ ਜਾਂ ਜਾਂਦਾ ਉਹਦੇ 'ਚ ਕੋਈ ਇੱਕ ਚੁਣ ਲੈਂਦੇ ਆ। ਇਸ ਤਰ੍ਹਾਂ ਦੀ ਵਿਵਸਥਾ ਹੈਗੀ ਹੈ। ਪਰ ਉਹਨੇ ਤਾਂ ਉਹ ਜਿਵੇਂ ਕਹਿੰਦੇ ਵੀ ਏਦਾਂ ਖੇੜੇ ਹੀ ਪੈ ਗਏ ਕਿ ਨਹੀਂ ਹੁਣੀ ਲੈ ਕੇ ਆਓ, ਹੁਣੀ ਬਦਲੋ ਬੰਦੇ ਨੂੰ, ਤੇ ਉਹ ਬੰਦਾ ਬਦਲਿਆ। ਫਿਰ ਉਹ ਕੋਈ ਪਤਾ ਨਹੀਂ ਲੈਪਟਾਪ ਕਹਿੰਦੇ ਨਾਲ ਲੈ ਗਏ ਸੀ ਬਾਲਾ ਮੁਰਗਨ ਸਾਹਿਬ, ਉਹ ਲੈਪਟਾਪ ਦੇ ਪਿੱਛੇ ਪੈ ਗਏ ਕਿ ਲੈਪਟਾਪ ਹੁਣੀ ਦੇ ਕੇ ਜਾਏ ਨਹੀਂ ਤਾਂ ਮੈਂ ਮਤਲਬ ਕਾਰਵਾਈ ਕਰੂ। ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਉਹ ਬਹੁਤ ਪੈਂਦੇ ਆ। ਮੈਨੂੰ ਜਿਸ ਅਫਸਰ ਨੇ ਦੱਸਿਆ ਉਹ ਕਹਿੰਦੇ ਵੀ ਚੀਫ ਸੈਕਟਰੀ ਤਾਂ ਸਾਹਿਬ ਤਾਂ ਭੱਜੇ ਗਏ ਉੱਥੇ ਮੁੱਖ ਮੰਤਰੀ ਕੋਲੇ, ਉਹ ਇੱਥੇ ਹੈ ਨਹੀਂ ਸੀਗੇ, ਮੁੱਖ ਮੰਤਰੀ ਸਾਹਿਬ ਕਿਤੇ ਬਾਹਰ ਸੀਗੇ ਤੇ ਉੱਥੇ ਗਏ ਔਰ ਉਹਨਾਂ ਨੇ ਕਿਹਾ ਜੀ ਆਹ ਬਦਲਣਾ ਪੈਣਾ ਆਪਾਂ ਨੂੰ। ਤੇ ਮੁੱਖ ਮੰਤਰੀ ਨੇ ਕਿਹਾ ਵੀ ਠੀਕ ਹੈ ਜੀ ਬਦਲ ਦਿਓ ਤੇ ਕੋਈ ਪੈਨਲ ਭੇਜ ਦਿਓ, ਉਹ ਲੈ ਲੈਣਾ। ਉਹ ਕਹਿੰਦੇ ਨਾ ਜੀ ਪੈਨਲ ਭੇਜਣ ਦੀ ਲੋੜ ਹੀ ਨਹੀਂ, ਉਹਨਾਂ ਨੇ ਤਾਂ ਰਾਖੀ ਗੁਪਤਾ ਭੰਡਾਰੀ ਦਾ ਨਾਂ ਲਿਖ ਕੇ ਮੰਗਿਆ ਕਿ ਇਹਨੂੰ ਭੇਜ ਦਿਓ ਇੱਥੇ। ਤੇ ਰਾਖੀ ਗੁਪਤਾ ਭੰਡਾਰੀ ਸਾਹਿਬ ਉੱਥੇ ਤੁਹਾਨੂੰ ਧਿਆਨ ਚਾਹੂਗਾ
2-3 ਮਹੀਨੇ ਵਾਸਤੇ ਜਿਹੜਾ ਹੈਗਾ ਲੱਗੇ ਸੀ। ਹਜੇ 3 ਮਹੀਨੇ ਵੀ ਨਹੀਂ ਸੀ ਹੋਏ ਉਹਨਾਂ ਨੂੰ, ਫਿਰ ਉਹੀ ਐਕਸਰਸਾਈਜ਼ ਦੁਬਾਰਾ ਉਹਨਾਂ ਨੇ ਕੀਤੀ ਕਿ ਜੇ ਰਾਖੀ ਗੁਪਤਾ ਭੰਡਾਰੀ ਨੂੰ ਵੀ ਬਦਲੋ ਤੇ ਕੇਸ਼ਵਾ ਪ੍ਰਸਾਦ ਨੂੰ ਭੇਜੋ। ਸੋ ਮਤਲਬ ਇਸ ਤਰ੍ਹਾਂ ਦੀ ਡੋਮੀਨੇਟਿੰਗ ਪਰਸਨੈਲਿਟੀ ਹੈਗੇ ਨੇ, ਮਤਲਬ ਇਹ ਉਹਨਾਂ ਦੇ ਉਸ ਤੋਂ ਝਲਕਦਾ ਹੈ। ਉਹ ਮੁੱਖ ਮੰਤਰੀ ਸਾਹਿਬ ਠੀਕ ਕਹਿ ਰਹੇ ਹੈ ਕਿ ਅਸਲ 'ਚ ਕਈ ਵਾਰੀ ਗਵਰਨਰ ਰਹਿ ਚੁੱਕੇ, ਕਈ ਵਾਰੀ MP ਰਹਿ ਚੁੱਕੇ, ਮਿਨਿਸਟਰ ਰਹਿ ਚੁੱਕੇ, MLA ਰਹਿ ਚੁੱਕੇ, ਤਾਂ ਉਹ ਇੱਕ ਜਿਹੜਾ ਹੁੰਦਾ ਨਾ ਕਿ ਆਰਡਰ ਦੇਣ ਦੀ ਚੀਜ਼, ਵੀ ਮੈਂ ਆਰਡਰ ਦਿੱਤਾ ਤਾਂ ਤੁਰੰਤ ਹੋ ਜਾਣੀ ਚਾਹੀਦੀ ਹੈ ਚੀਜ਼, ਉਸ ਤਰ੍ਹਾਂ ਦੀ ਪਰਸਨੈਲਿਟੀ ਬਣ ਗਈ ਹੈ। ਹਾਲਾਂਕਿ ਉੱਪਰੋਂ ਦਿਖਾਉਂਦੇ ਉਹ ਬਿਲਕੁਲ ਇਸ ਤਰ੍ਹਾਂ ਦਾ ਵੀ ਉਹ ਬੜੇ ਸੋਬਰ ਜਿਹੇ ਨੇ, ਬੜੇ ਅਲਫਾਜ਼ ਬਹੁਤ ਹਲਕੇ ਵਰਤਦੇ ਨੇ, ਜਿਸ 'ਚ ਕਿਸੇ ਨੂੰ ਐ ਨਾ ਲੱਗੇ ਕਿ ਜੀ ਉਹ ਅਹੰਕਾਰੇ ਹੋਏ ਨੇ, ਇਸ ਤਰ੍ਹਾਂ ਦਾ ਨਹੀਂ। ਸ਼ਬਦ ਬੜੇ ਠੀਕ ਵਰਤਦੇ ਨੇ, ਪਰ ਐਕਟ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਹੁੰਦੇ ਨੇ, ਇਸ ਕਰਕੇ ਥੋੜਾ ਜਿਹਾ ਲੱਗਦਾ। ਇਸੇ ਤਰ੍ਹਾਂ ਹੀ ਜੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਵੀ ਦੇਖੋ, ਚੀਫ ਮਿਨਿਸਟਰ ਸਾਹਿਬ ਵੀ ਤੁਸੀਂ ਠੀਕ ਕਿਹਾ ਕਿ 92 ਬੰਦੇ ਜਦੋਂ ਤੁਹਾਡੇ ਪਿੱਛੇ ਖੜੇ ਹੋਣ, 91 ਬੰਦੇ ਤੁਹਾਡੇ ਪਿੱਛੇ ਖੜੇ ਹੋਣ ਤਾਂ ਇੱਕ ਅਲੱਗ ਹੀ ਮਤਲਬ ਔਰਾ ਹੁੰਦਾ ਹੈ। ਤੁਸੀਂ ਕਿੱਡੀਆਂ ਵੱਡੀਆਂ ਪਰਸਨੈਲਿਟੀਆਂ ਨੂੰ ਧੂਲ ਚਟਾਤੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਵੀ ਇਹ ਕਦੀ ਹਾਰ ਹੀ ਨਹੀਂ ਸਕਦੇ, ਉਹ ਬੰਦੇ ਬਿਲਕੁਲ ਸਾਈਡ ਲਾਈਨ ਹਾਸ਼ੀਏ ਤੇ ਪਹੁੰਚ ਗਏ ਹੈ। ਅੱਜ ਉਹ ਕਿਤੇ ਹੈ ਹੀ ਨਹੀਂ, ਗਿਣਤੀ 'ਚ ਨਹੀਂ ਹੈ ਕਿਤੇ। ਤਾਂ ਉਸ ਟਾਈਮ 'ਚ ਜਦੋਂ ਫਿਰ ਤੁਸੀਂ ਆਉਂਦੇ ਹੋ, ਬਹੁਤ ਸਾਰੇ ਫੈਸਲੇ ਇਦਾਂ ਦੇ ਕਰ ਦਿੰਦੇ ਹੋ, ਜਿਸ ਤਰ੍ਹਾਂ ਹੁਣ ਪੰਚਾਇਤਾਂ ਵਾਲਾ ਹੈ। ਕੱਲ ਤੁਸੀਂ ਦੇਖੋ, ਅਗਰ ਜੇ ਤੁਸੀਂ ਜਿਹੜੇ ਚੀਫ ਜਸਟਿਸ ਸਾਹਿਬ ਹੈਗੇ ਰਵੀ ਸ਼ੰਕਰ ਝਾ, ਉਹਨਾਂ ਦਾ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਨੇ ਸਰਕਾਰ ਪ੍ਰਤੀ, ਉਹ ਬਹੁਤ ਹੀ ਮਤਲਬ ਤਿੱਖੇ ਨੇ। ਮਤਲਬ ਇਸ ਤਰ੍ਹਾਂ ਦੇ ਫੈਸਲੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਕਰਦੇ ਹਾਂ, ਜਾਂ ਜਿਵੇਂ RDF ਵਾਲੇ ਮਾਮਲੇ 'ਚ ਹੈ, ਉਹ ਅਸੀਂ ਸੁਪਰੀਮ ਕੋਰਟ 'ਚ ਚਲੇ ਗਏ। ਮੈਨੂੰ ਲੱਗਦਾ ਕਿ ਬਜਾਏ ਸੁਪਰੀਮ ਕੋਰਟ 'ਚ ਸਾਨੂੰ ਲਗਾਤਾਰ ਗਵਰਨਮੈਂਟ ਆਫ ਇੰਡੀਆ ਨਾਲ ਹੀ ਰਾਬਤਾ ਰੱਖਣਾ ਚਾਹੀਦਾ ਸੀ, ਕਿਉਂਕਿ ਸਾਡਾ ਸਿਸਟਮ ਏਦਾਂ ਦਾ ਹੋ ਚੁੱਕਿਆ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਦੀ ਲੋੜ ਪੈਣੀ ਹੀ ਪੈਣੀ ਹੈ। ਅਸੀਂ ਉਹਨਾਂ ਤੋਂ ਅਲੱਗ ਹੋ ਕੇ ਚੱਲ ਨਹੀਂ ਸਕਦੇ, ਕਿਉਂਕਿ ਸਿਸਟਮ ਏਦਾਂ ਦੇ ਨੇ। ਜਾਂ ਤਾਂ ਤੁਸੀਂ ਬਿਲਕੁਲ ਉਸ ਸਿਸਟਮ 'ਚੋਂ ਬਾਹਰ ਆਓ, ਇਸ ਤਰ੍ਹਾਂ ਦਾ ਸਿਸਟਮ ਤਾਂ ਹੈ ਨਹੀਂ ਸਾਡੇ 'ਚ ਵੀ ਅਸੀਂ ਬਗਾਵਤ ਕਰਕੇ ਬਿਲਕੁਲ ਬਾਹਰ ਆ ਜਾਈਏ ਸੀ ਕਿ ਸਾਨੂੰ ਤਾਂ ਲੋੜ ਹੀ ਨਹੀਂ ਜੀ ਇਹਨਾਂ ਦੀ, ਅਸੀਂ ਤਾਂ ਪਾਕਿਸਤਾਨ ਨਾਲ ਦੀਵਾਰ ਖੋਲ ਦਿੰਦੇ ਹਾਂ, ਅਸੀਂ ਉਧਰ ਵਪਾਰ ਕਰਾਂਗੇ। ਇਸ ਤਰ੍ਹਾਂ ਦਾ ਸਾਡਾ ਸਿਸਟਮ ਤਾਂ ਹੈ ਨਹੀਂ। ਤੇ ਜੋ ਫਿਰ ਪ੍ਰੈਜ਼ੈਂਟ ਸਿਸਟਮ ਨੇ, ਸਾਨੂੰ ਉਹਦੇ ਅਨੁਕੂਲ ਹੀ ਚੱਲਣਾ ਪਊਗਾ। ਜੇ ਲੜਾਈ ਵੀ ਲੜਨੀ ਹੈ ਤਾਂ ਸਾਨੂੰ ਸਿਸਟਮ ਦੇ ਅੰਦਰ ਰਹਿ ਕੇ ਲੜਨੀ ਪਊਗੀ, ਨਾ ਕਿ ਬਾਹਰ ਜਾ ਕੇ। ਹਰ ਛੋਟੀ ਚੀਜ਼ ਤੇ ਅਸੀਂ ਅਗਰ ਸੁਪਰੀਮ ਕੋਰਟ 'ਚ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਮਾਮਲੇ ਲਟਕ ਜਾਣਗੇ, ਜਿਵੇਂ RDF ਦਾ ਮਾਮਲਾ ਲਟਕ ਗਿਆ। ਹੁਣ ਚਾਹੇ ਗਵਰਨਮੈਂਟ ਆਫ ਇੰਡੀਆ ਪਿਛਲੇ ਸਾਡੇ ਦੇਣ ਲਈ ਤਿਆਰ ਵੀ ਬੈਠੀ ਹੋਵੇ, ਪਰ ਹੁਣ ਉਹਦੇ ਕੋਲ ਇੱਕ ਬਹੁਤ ਅੱਛਾ ਮਤਲਬ ਇੱਕ ਬਹਾਨਾ ਬਣ ਗਿਆ ਕਿ ਤੁਸੀਂ ਇਹ ਤਾਂ ਹੁਣ ਸਬ ਜੁਡਿਸ ਮੈਟਰ ਹੋ ਗਿਆ ਜੀ, ਤੁਸੀਂ ਉੱਥੇ ਕੋਰਟ 'ਚ ਚਲੇ ਗਏ, ਜੋ ਕੋਰਟ ਫੈਸਲਾ ਕਰੇਗਾ ਉਸ ਹਿਸਾਬ ਨਾਲ ਦੇਖ ਲਾਂਗੇ। ਤਾਂ ਜਿਹੜਾ 4000 ਕਰੋੜ ਸਾਡਾ ਆਣਾ ਸੀ, ਅਸੀਂ ਆ ਬਾੜ ਦੇ ਕਾਰਨ ਜਿੰਨਾ ਨੁਕਸਾਨ ਹੋ ਗਿਆ ਸਾਡਾ, ਅਸੀਂ ਉਹ ਸਾਰਾ ਸਭ ਕੁਝ ਠੀਕ ਕਰਨਾ ਸੀ, ਹੁਣ ਅਸੀਂ ਉਹ ਨਹੀਂ ਕਰ ਪਾ ਰਹੇ, ਡਿਫਾਲਟ ਹੋਈ ਜਾ ਰਿਹਾ। ਸੋ ਅਲੱਗ ਹੈ। ਸੋ ਸਾਡੀ ਜਿਹੜੀ ਛਵੀ ਵੀ ਖਰਾਬ ਹੋਈ ਜਾ ਰਹੀ ਹੈ ਪੰਜਾਬ ਦੀ, ਉਹ ਵੀ ਮਤਲਬ ਇਹਦੇ ਤੇ ਮੈਟਰ ਕਰਦੀ ਹੈ। ਬਹੁਤ ਸਾਰੇ ਫੈਸਲੇ ਮੈਨੂੰ ਲੱਗਦਾ ਕਿ ਉਹ ਉਸ ਦ੍ਰਿਸ਼ਟੀ ਤੋਂ ਹੀ ਲਿੱਤੇ ਜਾ ਰਹੇ। ਪਰ ਇਹਦੇ 'ਚ ਕੁਝ ਹੋਰ ਪਹਿਲੂ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਧਿਕਾਰੀਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਪਾਈ ਜਾਂਦੀ ਹੈ ਕਿ ਗਵਰਨਰ ਸਾਹਿਬ ਆਪਣੀ ਜਿੱਦ ਭਗਾਉਂਦੇ ਆ ਵੀ ਹੁਣ ਇਹ ਕਰਕੇ ਦੱਸੋ। ਮੈਂ ਥੋੜਾ ਜਿਹਾ ਇਸ ਗੱਲ ਨੂੰ ਹੋਰ ਪਿੱਛੇ ਲੈ ਕੇ ਜਾਣ ਦਾ ਯਤਨ ਕੀਤਾ। ਜਨਰਲ ਰੋਡਰਿਗਸ, ਜਨਰਲ ਜੈਕਬ ਬਦਨੌਰ ਸਾਹਿਬ, ਉਹਨਾਂ ਨਾਲ ਕੰਮ ਕਰਨ ਵਾਲੇ ਲੋਕ, ਉਹ ਦੱਸਦੇ ਨੇ ਕਿ ਜਦੋਂ ਵੀ ਕੋਈ ਗਵਰਨਰ ਨਾਲ ਮੀਟਿੰਗ ਹੁੰਦੀ ਰਹੀ, ਕੁਝ ਮਾਮਲੇ ਹੁੰਦੇ ਜਿਹੜੇ ਸਿਆਸੀ ਹੁੰਦੇ, ਜਿੱਥੇ ਵਿਰੋਧ ਦੇ ਹੁੰਦੇ ਆ, ਨਿੱਜੀ ਹੁੰਦੇ ਆ, ਉਹਨਾਂ ਨੂੰ ਰਿਕਾਰਡ ਤੇ ਲਿਆਉਣਾ ਨਹੀਂ ਹੁੰਦਾ। ਪਰ ਆਮ ਤੌਰ ਤੇ ਜੇ ਮੰਨ ਲਓ ਗਵਰਨਰ ਕੁਝ ਵਰਬਲ ਆਰਡਰ ਕਰ ਰਿਹਾ ਵੀ ਆਹ ਹੁਣੇ ਕਰੋ ਜੀ, ਇਹ ਇਸ ਤਰ੍ਹਾਂ ਦਾ ਲਿਖਤੀ ਆਰਡਰ ਤਾਂ ਕੋਈ ਹੋਏਗਾ ਨਹੀਂ। ਲੇਕਿਨ ਜਿਸ ਵਿਅਕਤੀ ਨਾਲ, ਭਾਵੇਂ ਉਹ ਚੀਫ ਸੈਕਟਰੀ ਹੋਣ, ਭਾਵੇਂ ਪ੍ਰਿੰਸੀਪਲ ਸੈਕਟਰੀ ਹੋਣ, ਜਾਂ ਕੋਈ ਹੋਰ ਅਧਿਕਾਰੀ, ਉਹਨਾਂ ਨੂੰ ਉਸ ਤਰ੍ਹਾਂ ਦਾ ਰਿਪੋਰਟ ਕਰਨਾ ਚਾਹੀਦਾ। ਉਹਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੋਟਿੰਗ ਦੇਣੀ ਚਾਹੀਦੀ ਆ ਕਿ ਗਵਰਨਰ ਸਾਹਿਬ ਨਾਲ ਇਸ ਮੀਟਿੰਗ ਦੇ ਵਿੱਚ ਇਹ ਗੱਲਾਂ ਹੋਈਆਂ, ਉਹ ਮੁੱਖ ਮੰਤਰੀ ਨੂੰ ਭੇਜਣੀਆਂ ਚਾਹੀਦੀਆਂ। ਉਹ ਰਿਕਾਰਡ ਦਾ ਪਾਰਟ ਹੈ। ਮੈਨੂੰ ਯਾਦ ਆਉਂਦਾ ਹੈ ਕਿ ਸਾਡੇ ਕੁਝ ਅਧਿਕਾਰੀ, ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਇਹ ਆਇਆ। ਤੁਸੀਂ ਦੇਖੋ, ਜਦੋਂ SSP ਕੁਲਦੀਪ ਚਾਹਲ ਨੂੰ ਇੱਥੋਂ ਡਿਪੋਰਟ ਕੀਤਾ, ਮਤਲਬ ਹਟਾਇਆ ਗਿਆ, ਤਾਂ ਗਵਰਨਰ ਸਾਹਿਬ ਨੇ ਇਹ ਪਹਿਲਾਂ ਕਿਹਾ ਉਹਨਾਂ ਨੂੰ, ਚੀਫ ਸੈਕਟਰੀ ਸਾਹਿਬ ਨੂੰ, ਹੁਣੀ ਪੈਨਲ ਭੇਜੋ, ਮੈਂ ਤੁਹਾਡਾ ਬੰਦਾ ਵਾਪਿਸ ਭੇਜ ਰਿਹਾ। ਤਾਂ ਚੀਫ ਸੈਕਟਰੀ ਸਾਹਿਬ ਨੇ ਇਹ ਕਹੀ ਗੱਲ ਉਦੋਂ ਕਿ ਜੀ ਰਿਟਨ 'ਚ ਭੇਜ ਦਿਓ, ਅਸੀਂ CM ਸਾਹਿਬ ਨਾਲ ਗੱਲ ਕਰ ਲੈਂਦੇ ਹਾਂ, ਫਿਰ ਤੁਹਾਨੂੰ ਪੈਨਲ ਭੇਜ ਦਾਂਗੇ, ਕਿਉਂਕਿ ਇੱਕ ਸਿਸਟਮ ਤਾਂ ਹੈ ਹੀ ਹੈ। ਪਰ ਉਹ ਨਹੀਂ ਹੋਇਆ ਪਹਿਲਾਂ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਜੀ ਇਹਦਾ 1 ਮਹੀਨਾ ਹੀ ਸਿਰਫ ਰਹਿ ਗਿਆ, ਦਸੰਬਰ ਦੇ ਵਿੱਚ DPC ਹੋਣੀ ਹੈ, ਇਸਨੇ DIG ਬਣ ਜਾਣਾ, ਤੇ DIG ਬਣਨ ਤੋਂ ਜੇ ਬਣ ਗਿਆ ਤਾਂ ਅਸੀਂ ਵੈਸੇ ਹੀ ਉਹਨੂੰ ਵਾਪਿਸ ਬੁਲਾ ਲੈਣਾ ਤੇ ਉਹਦੀ ਜਗ੍ਹਾ ਤੇ ਨਵਾਂ ਭੇਜਣਾ, ਤੁਸੀਂ 1 ਮਹੀਨਾ ਖੜ ਸਕਦੇ ਹੋ। ਪਰ ਉਹ ਨਹੀਂ ਖੜੇ।
ਤੇ ਨਾ ਹੀ ਉਹਨਾਂ ਨੇ ਰਿਟਰਨ 'ਚ ਵੀ ਦਿੱਤਾ ਕਿ ਜੀ ਹਾਂ ਮੈਨੂੰ ਇਹ ਬੰਦਾ ਵਾਪਸ ਮੈਂ ਭੇਜ ਰਿਹਾ, ਤੁਸੀਂ ਮੈਨੂੰ ਪੈਨਲ ਨਵਾਂ ਭੇਜੋ। ਯਾਨੀ ਕਿ ਜਦੋਂ ਗਵਰਨਰ ਸਾਹਿਬ ਖੁਦ ਆਪ ਤਾਂ ਹਰ ਚਿੱਠੀ ਦਾ ਜਵਾਬ ਲਿਖਿਤ ਤੌਰ ਤੇ ਚਾਹੁੰਦੇ ਹੈ ਕਿ ਮੈਨੂੰ ਦਿੱਤਾ ਜਾਏ, ਸੀਐਮ ਸਾਹਿਬ ਨੂੰ ਮੈਂ ਜੇ ਲੈਟਰ ਲਿਖਿਆ ਤਾਂ ਉਹਦਾ ਲਿਖਿਤ ਜਵਾਬ ਮੇਰੇ ਕੋਲ ਆਏ, ਪਰ ਜਦੋਂ ਖੁਦ ਉਹਨਾਂ ਨੇ ਸੀਐਮ ਸਾਹਿਬ ਨੂੰ ਕੋਈ ਕਰਨੀ ਹੈ ਜਾਂ ਪੰਜਾਬ ਸਰਕਾਰ ਨੂੰ ਕਰਨੀ ਹੈ ਕੋਈ ਚਿੱਠੀ ਕਿਤਾਬ ਉਹ ਲਿਖਣੀ ਹੈ ਤਾਂ ਉਹ ਫਿਰ ਜੱਕ ਜਾਂਦੇ ਆ, ਫਿਰ ਉਹ ਲਿਖਿਤ 'ਚ ਨਹੀਂ ਲੈ ਕੇ ਆਉਂਦੇ, ਉਹ ਸਿਰਫ ਵਰਬਲੀ ਆਰਡਰ ਕਰਦੇ ਆ। ਸੋ ਕਿਤੇ ਨਾ ਕਿਤੇ ਡਿਫਰੈਂਸਸ ਜੇ ਹੈਗੇ ਨੇ, ਮੈਨੂੰ ਲੱਗਦਾ ਕਿ ਇਹਨੂੰ ਐਟ ਪਾਰ ਹੋਣਾ ਚਾਹੀਦਾ। ਜੇ ਤੁਸੀਂ ਲਿਖਿਤ 'ਚ ਮੰਗ ਰਹੇ ਹੋ ਤਾਂ ਤੁਹਾਨੂੰ ਲਿਖਿਤ 'ਚ ਦੇਣਾ ਵੀ ਚਾਹੀਦਾ। ਨਹੀਂ, ਪਰ ਮੇਰਾ ਇਹ ਆਪਣਾ ਵਿਊ ਪੁਆਇੰਟ ਆ ਕਿ ਜਦੋਂ ਕਿਸੇ ਅਧਿਕਾਰੀ ਨਾਲ ਗਵਰਨਰ ਜਾਂ ਗਵਰਨਰ ਦੇ ਕਿਸੇ ਅਧਿਕਾਰੀ ਦੀ ਗੱਲ ਹੋ ਰਹੀ ਆ ਤਾਂ ਉਹ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ, ਇਹ ਸਾਰੇ ਗਵਰਨਮੈਂਟ ਦਾ ਪਾਰਟ ਨੇ, ਇਹਨਾਂ ਨੂੰ ਹਰ ਗੱਲ ਰਿਕਾਰਡ ਤੇ ਲਿਆਉਣੀ ਚਾਹੀਦੀ ਆ। ਕੋਈ ਕਿਸੇ ਦਾ ਵਿਰੋਧ ਨਹੀਂ, ਉਹਨੂੰ ਛੱਡ ਕੇ ਬਾਕੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਰਿਕਾਰਡ ਤੇ ਲਿਆਉਣਾ ਚਾਹੀਦਾ, ਤੇ ਮੁੱਖ ਮੰਤਰੀ ਦਾ ਜਿਹੜਾ ਵੀ ਉਹਨਾਂ ਦਾ ਵਿਭਾਗੀ ਅਮਲਾ ਹੈ ਜਾਂ ਉਹਨਾਂ ਦੀ ਕੋਈ ਬ੍ਰਾਂਚ ਹੈ ਉਹਦੇ ਵਿੱਚ ਭੇਜ ਦੇਣਾ ਚਾਹੀਦਾ, ਨੰਬਰ 1। ਨੰਬਰ 2, ਇਹਦੇ ਵਿੱਚ ਇਹ ਵੀ ਸਵਾਲ ਹੈ ਵੀ ਕਈ ਵਾਰੀ ਇਹ ਮਾਮਲੇ ਫਸਾ ਵੀ ਜਾਂਦੇ ਆ। ਮੈਂ ਹੁਣ ਯਾਦ ਕਰੂੰਗਾ ਕਿ ਜਦੋਂ ਐਕਸਾਈਜ਼ ਵਾਲੇ ਅਧਿਕਾਰੀ ਸਾਡੇ ਦਿੱਲੀ ਦੇ ਵਿੱਚ ਤਲਬ ਕੀਤੇ ਗਏ, ਮਤਲਬ ਬੁਲਾਏ ਗਏ ਕਿ ਐਕਸਾਈਜ਼ ਪਾਲਿਸੀ ਬਣਾਉਣੀ ਆ, ਸਸੋਦੀਆ ਸਾਹਿਬ ਦੇ ਘਰ ਜਾਂ ਦਫ਼ਤਰ ਜਾਂ ਜਿੱਥੇ ਵੀ ਮੀਟਿੰਗਾਂ ਹੋਈਆਂ, ਹੁਣ ਸਾਡੇ ਅਧਿਕਾਰੀਆਂ ਨੇ ਆਣ ਕੇ ਉਹ ਰਿਕਾਰਡ ਤੇ ਲਿਆਂਦੀਆਂ ਵੀ ਅਸੀਂ ਮਿਲੇ, ਕਿਉਂਕਿ ਉਹ ਜਿਵੇਂ ਮੰਨ ਲਓ ਅਸੀਂ ਵਰਨਰੋਜ਼ਮ ਦਾ ਜ਼ਿਕਰ ਕਰ ਲੈਨੇ, ਉਹਨਾਂ ਨੇ ਆਪਣੀ ਦਿੱਲੀ ਵਾਲੀਆਂ ਮੀਟਿੰਗਾਂ ਦਾ ਰਿਕਾਰਡ ਬਣਾਤਾ, ਉਹਨਾਂ ਨੇ ਲਿਖਿਆ ਕਿ ਫਲਾਣੀ ਜਗ੍ਹਾ ਅਸੀਂ ਗਏ, ਉੱਥੇ ਸਾਡੀ ਮੀਟਿੰਗ ਹੋਈ, ਮੀਟਿੰਗ 'ਚ ਆਹ ਗੱਲ ਹੋਈ, ਔਰ ਉਹ ਜਾਣੀ ਸੀ ਕੁਦਰਤੀ ਤੌਰ ਤੇ ਐਕਸਾਈਜ਼ ਮਿਨਿਸਟਰ ਨੂੰ, ਚੀਮਾ ਸਾਹਿਬ ਨੂੰ। ਹੁਣ ਉਹਨੂੰ ਫਾਰਵਰਡ ਕੀਤਾ ਹੈ ਉਹਨਾਂ ਤੋਂ ਅਗਲੇ ਅਧਿਕਾਰੀ, ਜੇ ਮੈਂ ਗਲਤ ਨਹੀਂ ਤਾਂ ਕੈਬ ਸੇ ਨਾ ਹੋ। ਮੈਨੂੰ ਲੱਗਦਾ ਕਿਸੇ ਵੀ ਅਧਿਕਾਰੀ ਨੂੰ, ਕਿਸੇ ਵੀ ਵਿਅਕਤੀ ਨੂੰ ਜਿਹੜਾ ਸੰਵਿਧਾਨ ਦੀ ਸਹੁੰ ਖਾ ਕੇ ਆਇਆ, ਉਹਨੂੰ ਹਰ ਚੀਜ਼ ਰਿਕਾਰਡ ਤੇ ਲਿਆਉਣੀ ਚਾਹੀਦੀ ਹੈ। ਗਵਰਨਰ ਸਾਹਿਬ ਜਦੋਂ ਕੁਝ ਵੀ ਕਰ ਰਹੇ ਆ ਤਾਂ ਉਹਨਾਂ ਦਾ ਹਰ ਐਕਟ ਕਨਸਟੀਟਿਊਸ਼ਨਲ ਆ, ਉਹ ਸੰਵਿਧਾਨਕ ਮੁਖੀ ਆ। ਮੈਨੂੰ ਲੱਗਦਾ ਇੱਥੇ ਇੱਕ ਹੋਰ ਸੰਕਟ ਹੈ ਇੰਦਰਪ੍ਰੀਤ ਜੀ, ਗਵਰਨਰ ਸਾਹਿਬ ਬਤੌਰ ਗਵਰਨਰ ਪੰਜਾਬ ਦੇ ਵਿੱਚ ਜੁਡੀਸ਼ਰੀ ਤੋਂ ਲੈ ਕੇ ਵਿਧਾਨ ਪਾਲਿਕਾ ਤੋਂ ਲੈ ਕੇ ਐਗਜ਼ੈਕਟਿਵ ਸਾਰਿਆਂ ਦੇ ਉਹ ਸੰਵਿਧਾਨਕ ਮੁਖੀ ਹੈ। ਉਹਨਾਂ ਨੂੰ ਕਿਸੇ ਵੀ ਬਾਹਰੋਂ ਲੀਗਲ ਰਾਏ ਲੈਣ ਜਾਂ ਸਲਾਹ ਲੈਣ ਦੀ ਬਜਾਏ ਆਪਣੇ ਏਜੀ ਤੋਂ ਰਾਏ ਲੈਣੀ ਚਾਹੀਦੀ ਕਿ ਅਧਿਕਾਰਤ ਤੌਰ ਤੇ ਉਹਨਾਂ ਨੂੰ ਜਵਾਬ ਦੇ ਆ, ਉਹਨਾਂ ਦੇ ਉਹ ਅਪਾਇੰਟੀ ਵੀ ਆ ਗਵਰਨਰ ਸਾਹਿਬ। ਸੋ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਇੱਕ ਕਨਸਟੀਟਿਊਸ਼ਨਲ ਹੈਡ ਦੇ ਰੂਪ ਵਿੱਚ ਸਟੇਟ ਨੂੰ ਇੱਕ ਸੁਜੈਸਟਿਵ ਰੂਪ ਦੇ ਵਿੱਚ ਚਲਾ ਸਕਦੇ ਆ, ਔਰ ਉਹਨਾਂ ਦੀ ਜ਼ਿੰਮੇਵਾਰੀ ਵੀ ਇਹ ਬਣਦੀ ਆ। ਦੇਖੋ, ਜਿੱਥੇ ਤੱਕ ਵੱਡੀ ਕੁਰਸੀ ਤੇ ਬੈਠਣ ਵਾਲੇ ਲੋਕਾਂ ਦੀ ਗੱਲ ਕਰੀਏ ਤੇ ਜਦ ਗਵਰਨਰ ਦੀ ਕੁਰਸੀ ਹੋਏ ਜਾਂ ਫਿਰ ਮੁੱਖ ਮੰਤਰੀ ਦੀ ਕੁਰਸੀ, ਉਹਨਾਂ ਤੋਂ ਐਕਸਪੈਕਟੇਸ਼ਨ ਇਹੀ ਹੁੰਦੀ ਹੈ, ਸਭ ਪਤਾ ਹੈ, ਔਰ ਉਹ ਵੀ ਬਿਹੇਵ ਏਦਾਂ ਹੀ ਕਰਦੇ ਨੇ, ਮੈਨੂੰ ਸਭ ਪਤਾ ਹੈ। ਔਰ ਇਸ ਗੱਲਾਂ ਦੇ ਵਿੱਚ ਕਈ ਵਾਰ ਫਸ ਜਾਂਦੇ ਨੇ। ਗਵਰਨਰ ਸਾਹਿਬ ਦੀ ਪੂਰੀ ਹਿਸਟਰੀ ਨੂੰ ਦੇਖੋ, ਉਹਨਾਂ ਦੇ ਪੋਲੀਟੀਕਲ ਕੈਰੀਅਰ ਨੂੰ ਦੇਖੋ, ਤੇ ਉਹ ਆਪਣਾ ਕੈਰੀਅਰ ਸ਼ੁਰੂ ਕਰਦੇ ਨੇ, 83 ਸਾਲ ਦੇ ਹੈਗੇ ਨੇ ਗਵਰਨਰ ਸਾਹਿਬ ਅੱਜ। ਹੁਣ ਉਹ ਆਪਣਾ ਕੈਰੀਅਰ ਸ਼ੁਰੂ ਕਰਦੇ ਨੇ 1978 ਦੇ ਵਿੱਚ, ਜਦ ਉਹ ਕਾਂਗਰਸ ਦੀ ਟਿਕਟ ਦੇ ਉੱਤੇ ਐਮਐਲਏ ਬੰਦੇ ਨੇ। ਫਿਰ 1980 ਦੇ ਵਿੱਚ ਵੀ ਕਾਂਗਰਸ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜਦੇ ਨੇ ਤੇ ਐਮਐਲਏ ਬੰਦੇ ਨੇ। ਕਿਹੜੀ ਜਗ੍ਹਾ ਤੋਂ? ਨਾਗਪੁਰ। ਅੱਛਾ। ਔਰ ਉੱਥੋਂ ਇਹ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਅਰਬਨ ਮਿਨਿਸਟਰ ਵੀ ਬਣਦੇ ਨੇ, ਔਰ ਉਸ ਤੋਂ ਬਾਅਦ ਇਹਨਾਂ ਦਾ ਕੈਰੀਅਰ ਸ਼ੁਰੂ ਹੁੰਦਾ ਹੈ। ਲੋਕ ਸਭਾ ਦੇ ਵਿੱਚ ਵੀ 1984 ਤੇ 1999 ਦੇ ਵਿੱਚ ਇਲੈਕਸ਼ਨ ਲੜਦੇ ਨੇ ਕਾਂਗਰਸ ਦੀ ਟਿਕਟ ਦੇ, ਨਾਗਪੁਰ ਤੋਂ ਹੀ, ਔਰ ਦੋਨੋਂ ਵਾਰ ਜਿੱਤ ਜਾਂਦੇ ਨੇ। ਫਿਰ ਉਹ ਆਪਣਾ ਇੱਕ ਨਿਊਜ਼ਪੇਪਰ ਲਾਂਚ ਕਰਦੇ ਨੇ, ਹਾਲਾਂਕਿ ਨਿਊਜ਼ਪੇਪਰ ਦੀ ਓਨਰਸ਼ਿਪ ਉਹਨਾਂ ਨੂੰ ਮਿਲੀ ਸੀਗੀ। ਹਿਤਾਵਾ ਦਾ ਜਿਹੜਾ ਮਹਾਰਾਸ਼ਟਰ ਦਾ ਪਹਿਲਾ ਅੰਗਰੇਜ਼ੀ ਨਿਊਜ਼ਪੇਪਰ ਹੈ, ਉਹ ਨਿਊਜ਼ਪੇਪਰ ਚਲਾਉਂਦੇ ਨੇ। 1991 ਦੇ ਵਿੱਚ ਉਹ ਬੀਜੇਪੀ ਜੁਆਇਨ ਕਰ ਜਾਂਦੇ ਨੇ, ਕਾਂਗਰਸ ਤੋਂ ਉਹਨਾਂ ਦਾ ਮੋਹ ਭੰਗ ਹੋ ਜਾਂਦਾ ਹੈ, ਔਰ ਨਾਗਪੁਰ ਤੋਂ ਇਲੈਕਸ਼ਨ ਲੜਦੇ ਨੇ ਔਰ ਹਾਰ ਜਾਂਦੇ ਨੇ। ਯਾਨੀ ਪਹਿਲੀ ਵਾਰ ਜਦੋਂ ਬੀਜੇਪੀ ਜੁਆਇਨ ਕਰਦੇ ਨੇ ਤੇ 1991 ਦੇ ਵਿੱਚ ਹਾਰ ਜਾਂਦੇ ਨੇ। 1996 ਦੇ ਵਿੱਚ ਉਹ ਬੀਜੇਪੀ ਦੀ ਟਿਕਟ ਦੇ ਵਿੱਚ ਪਹਿਲੀ ਵਾਰ ਜਿੱਤਦੇ ਨੇ, ਔਰ ਉਹ ਵੀ ਨਾਗਪੁਰ ਦੀ ਸੀਟ ਤੋਂ। ਔਰ ਨਾਗਪੁਰ ਦਾ ਜਦ ਅਸੀਂ ਜ਼ਿਕਰ ਕਰਦੇ ਹਾਂ ਤੇ ਯਾਦ ਕਰੋ ਆਰਐਸਐਸ ਦਾ ਹੈੱਡਕੁਆਟਰ ਵੀ ਨਾਗਪੁਰ ਦੇ ਵਿੱਚ ਹੈਗਾ। ਔਰ ਉਸ ਤੋਂ ਬਾਅਦ ਫਿਰ ਉਹ ਬੀਜੇਪੀ ਛੱਡ ਦਿੰਦੇ ਨੇ, ਯਾਨੀ ਬੀਜੇਪੀ ਤੋਂ ਵੀ ਉਹਨਾਂ ਦਾ ਮੋਹ ਭੰਗ ਹੋ ਜਾਂਦਾ ਹੈ, ਔਰ ਆਪਣੀ ਇੱਕ ਪਾਰਟੀ ਬਣਾਉਂਦੇ ਨੇ। ਔਰ ਉਸ ਪਾਰਟੀ ਯਾਨੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਇੱਕ ਲੋਕਲ ਪਾਰਟੀ ਉਹਨਾਂ ਨੇ ਬਣਾਈ ਸੀਗੀ, ਉਹ ਪਾਰਟੀ ਆਪਣੀ ਬਣਾਉਂਦੇ ਨੇ, ਉਹਦਾ ਨਾਂ ਸੀਗਾ ਵਿਦਰਭਾ ਰਾਜਿਆ ਪਾਰਟੀ, ਔਰ ਉਹ 2003 ਚ ਬਣਾਉਂਦੇ ਨੇ। ਉਸ ਆਪਣੀ ਪਾਰਟੀ ਦੀ ਟਿਕਟ ਦੇ ਉੱਤੇ ਵੀ ਇਲੈਕਸ਼ਨ ਲੜਦੇ ਨੇ, ਹਾਰ ਜਾਂਦੇ ਨੇ। 2009 ਦੇ ਵਿੱਚ ਉਹ ਦੁਬਾਰਾ ਬੀਜੇਪੀ ਜੁਆਇਨ ਕਰ ਜਾਂਦੇ ਨੇ। ਫਿਰ ਇੱਕ ਪਿਆਰ ਬੀਜੇਪੀ ਦੇ ਵਿੱਚ ਵੱਧਦਾ ਨਜ਼ਰ ਆਉਂਦਾ ਹੈ, ਇਲੈਕਸ਼ਨ ਵੀ ਲੜਦੇ ਨੇ ਪਰ ਹਾਰ ਜਾਂਦੇ ਨੇ। 2016 ਦੇ ਵਿੱਚ ਉਹਨਾਂ ਦਾ ਗਵਰਨਰ ਵਾਲਾ ਰੂਪ ਸ਼ੁਰੂ ਹੁੰਦਾ ਜਦ ਉਹਨਾਂ ਨੂੰ ਪਹਿਲੀ ਵਾਰ ਅਸਾਮ ਦਾ ਗਵਰਨਰ ਬਣਾਇਆ ਜਾਂਦਾ ਹੈ। 2017 ਦੇ ਵਿੱਚ ਉਹਨਾਂ ਨੂੰ ਤਮਿਲਨਾਡੂ ਭੇਜ ਦਿੱਤਾ ਜਾਂਦਾ ਹੈ, ਔਰ 2021 ਦੇ ਵਿੱਚ ਉਹ ਸਾਡੇ ਪੰਜਾਬ ਵਿੱਚ ਆਏ ਸੀਗੇ। ਫਿਰ 2019 ਦੇ ਵਿੱਚ ਇੱਕ ਵਾਰ ਦੁਬਾਰਾ ਕੰਟਰੋਵਰਸੀ ਬਣੀ ਜਦ ਉਹਨਾਂ ਨੇ ਤਮਿਲਨਾਡੂ ਦੇ ਵਿੱਚ ਰਾਜੀਵ ਗਾਂਧੀ ਦੇ ਅਸੈਸੀਨੇਸ਼ਨ
ਕੇਸ ਦੇ ਵਿੱਚ ਕੁਝ ਜਿਹੜੇ ਐਸੈਸਿਨ ਸੀਗੇ ਉਹਨਾਂ ਨੂੰ ਸਜ਼ਾ ਮਾਫੀ ਕੀਤੀ ਆ, ਉਹਦੇ ਉੱਤੇ ਉਹਨਾਂ ਨੇ ਐਡਵੋਕੇਸੀ ਕੀਤੀ। 2021 ਦੇ ਵਿੱਚ ਉਹ ਪੰਜਾਬ ਆਉਂਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਗਵਰਨਰਸ਼ਿਪ ਦੇ ਵਿੱਚ ਜਿਸ ਤਰੀਕੇ ਨਾਲ ਚਿੱਠੀ ਹੋ ਰਹੇ ਨੇ ਔਰ ਮੁੱਖ ਮੰਤਰੀ ਦੀ ਚਿੱਠੀ, ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ, ਇਹ ਸਾਰੀ ਗੱਲਾਂ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ। ਕਹਿਣ ਦਾ ਮਤਲਬ ਹੈ ਕਿ ਤਮਿਲਨਾਡੂ ਦੇ ਵਿੱਚ ਇੱਕ ਹੋਰ ਕੰਟਰੋਵਰਸੀ ਹੋਈ ਸੀ ਜਦੋਂ ਪੰਜਾਬ ਆਉਂਦੇ ਨੇ ਤੇ ਤਦ ਉਹ ਤਮਿਲਨਾਡੂ ਦੇ ਜਿਹੜੀ ਸਰਕਾਰ ਹੈ ਉਹਦੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇੱਥੇ ਤੇ ਵਾਈਸ ਚਾਂਸਲਰ ਦੀ ਪੋਸਟ 40-50 ਕਰੋੜ ਰੁਪਏ ਦੀ ਵਿਕਦੀ ਹੈ। ਇਹਦੇ ਉੱਤੇ ਵੀ ਕੰਟਰੋਵਰਸੀ ਹੁੰਦੀ ਹੈ, ਪਰ ਕਿਉਂਕਿ ਤਦ ਤੱਕ ਤੇ ਹੈ ਪੰਜਾਬ ਦੇ ਵਿੱਚ ਸ਼ਿਫਟ ਹੋ ਚੁੱਕੇ ਸੀਗੇ, ਪਿੱਛੇ ਕੰਟਰੋਵਰਸੀ ਦੀ ਧੁੱਲ ਉੜਦੀ ਰਹੀ, ਪਰ ਇਹ ਅੱਗੇ ਵਧਦੇ ਰਹੇ। ਹੁਣ ਬੀਜੇਪੀ ਦੇ ਵਿੱਚ ਹੈਗੇ ਨੇ, ਕਾਂਗਰਸ ਤੋਂ ਕੈਰੀਅਰ ਸ਼ੁਰੂ ਕੀਤਾ, ਅੱਜ ਬੀਜੇਪੀ ਔਰ ਪ੍ਰਤਾਪ ਸਿੰਘ ਬਾਜਵਾ, ਤੁਹਾਨੂੰ ਯਾਦ ਹੋਏਗਾ ਉਹ ਕੋਈ ਵੀ ਆਪਣੀ ਰਿਪਰੈਜ਼ੈਂਟੇਸ਼ਨ ਜਾਂ ਸਰਕਾਰ ਤੋਂ ਕੋਈ ਮੰਗ ਜਾਂ ਮੈਮੋਰੈਂਡਮ ਲੈ ਕੇ ਉਹ ਗਵਰਨਰ ਹਾਊਸ ਜਾਂਦੇ ਸੀਗੇ। ਇਹਦੇ ਪਿੱਛੇ ਹੁਣ ਇਹ ਦੇਖੋ ਕਿ ਪੁਰਾਣੇ ਰਿਸ਼ਤਿਆਂ ਦਾ ਵੀ ਜ਼ਿਕਰ ਹੋ ਸਕਦਾ ਹੈ, ਕਿਉਂਕਿ ਉਹਨਾਂ ਨੇ ਵੀ ਆਪਣਾ ਕੈਰੀਅਰ ਕਾਂਗਰਸ ਤੋਂ ਹੀ ਸ਼ੁਰੂ ਕੀਤਾ ਸੀਗਾ। ਔਰ ਨਾਲ ਦੇ ਨਾਲ ਅਗਰ ਤੁਸੀਂ ਗੱਲ ਕਰੋ ਕੇਰਲਾ ਦੇ ਗਵਰਨਰ ਦੀ, ਯਾਨੀ ਆਰਿਫ ਮੁਹੰਮਦ ਖਾਨ, ਉਹ ਵੀ ਕਾਂਗਰਸ ਦੇ ਵਿੱਚ ਹੀ ਹੁੰਦੇ ਸੀ ਔਰ ਬਕਾਇਦਾ ਯੂਨੀਅਨ ਸਿਵਲ ਐਵੀਏਸ਼ਨ ਮਿਨਿਸਟਰ ਹੁੰਦੇ ਸੀ। ਬਾਅਦ ਚੋਂ ਜਦੋਂ ਬੀਜੇਪੀ ਜੁਆਇਨ ਕਰਦੇ ਨੇ ਤੇ ਫਿਰ ਗਵਰਨਰ ਦੀ ਪੋਸਟ ਮਿਲਦੀ ਹੈ ਔਰ ਉੱਥੇ ਵੀ ਸਰਕਾਰ ਦੇ ਨਾਲ ਉਹਨਾਂ ਦਾ 36 ਦਾ ਅੰਕੜਾ ਹੈਗਾ ਜਿਹੜੀ ਕੇਰਲਾ ਦੀ ਸਰਕਾਰ ਦੀ। ਦੇਖੋ, ਪਹਿਲੀ ਗੱਲ ਤਾਂ ਤੁਸੀਂ ਜਿਹੜੀ ਕਹੀ ਵੀ ਉਹ ਬੀਜੇਪੀ 'ਚ ਹੈਗੇ ਆ, ਮੈਂ ਇਸ ਗੱਲ ਨਾਲੋਂ ਦੂਰੀ ਬਣਾਉਂਗਾ ਤੇ ਮੈਂ ਸਮਝੂੰਗਾ ਵੀ ਭਾਸਕਰ ਸਾਹਿਬ ਦੀ ਖਬਰ ਨੂੰ ਨਾਲ ਇਨਵਾਈਟ ਕਰਤਾ ਜਾਵੇ, ਕਿਉਂਕਿ ਹੁਣ ਉਹ ਗਵਰਨਰ ਨੇ, ਹੁਣ ਉਹ ਕਿਸੇ ਪਾਰਟੀ 'ਚ ਨਹੀਂ। ਨੰਬਰ 1। ਨੰਬਰ 2, ਤੁਸੀਂ ਗੱਲ ਕਰ ਰਹੇ ਹੋ ਵੀ ਕਾਂਗਰਸ ਦੇ ਵਿੱਚ ਹੋਣਾ, ਜਦੋਂ ਬੀਜੇਪੀ ਦਾ ਆਪਣਾ ਕੁਝ ਵਜੂਦ ਹੀ ਹੈ ਨਹੀਂ ਸੀ, 2 ਸੀਟਾਂ ਪਹਿਲਾਂ ਸ਼ੁਰੂ ਹੋਈਆਂ ਫਿਰ ਆ ਗਏ, ਉਦੋਂ ਤੱਕ ਤੇ ਕਾਂਗਰਸ 'ਚ ਹੀ ਹੋਣਾ ਸੀ। ਹੁਣ ਕੱਲ ਨੂੰ ਕਹੋਗੇ ਫਲਾਣਾ ਬੰਦਾ ਜੀ ਸਾਡੇ ਰਿੰਕੂ ਸਾਹਿਬ ਕਾਂਗਰਸ ਤੋਂ ਸ਼ੁਰੂਆਤ ਕੀਤੀ, ਹੁਣ ਜਦੋਂ ਆਮ ਆਦਮੀ ਪਾਰਟੀ ਹੈ ਹੀ ਨਹੀਂ ਸੀ ਤੇ ਇਹਨਾਂ ਤੋਂ ਸ਼ੁਰੂਆਤ ਕਿੱਦਾਂ ਕਰ ਲੈਂਦੇ? ਸੋ ਇਹ ਮਾਮਲਾ ਜਿਹੜੀਆਂ ਨਵੀਆਂ ਪਾਰਟੀਆਂ ਆਉਣਗੀਆਂ ਉਹਨਾਂ ਨੂੰ ਟੇਕ ਤਾਂ ਰੱਖਣੀ ਪਊਗੀ ਪੁਰਾਣਿਆਂ ਤੇ। ਸ਼ੁਰੂ 'ਚ ਆਦਰਸ਼ਵਾਦ ਹੁੰਦਾ, ਬਾਅਦ 'ਚੋਂ ਉੱਡ-ਪੁੱਡ ਜਾਂਦਾ। ਸੋ ਖੈਰ ਇਹ ਕੋਈ ਬਹੁਤਾ ਵੱਡਾ ਮਿਹਣਾ ਨਹੀਂ। ਮਿਹਣਾ ਇਸ ਗੱਲ ਦਾ ਹੋ ਸਕਦਾ ਵੀ ਤੁਸੀਂ ਯਾਰ ਇੰਨੇ ਅਨੁਭਵੀ ਹੋ ਕੇ ਤੇ ਆਪਣੀ ਗੱਲ 'ਚ ਆਪ ਕਿਉਂ ਫਸ ਰਹੇ ਹੋ। ਮੈਂ ਇੰਦਰਪ੍ਰੀਤ ਜੀ ਇਸੇ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਊਂਗਾ ਵੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹੁਣ ਵਰਕਿੰਗ ਹੈ, ਆਪਾਂ ਉਹਦੇ ਤੇ ਆਈਏ ਕਿ ਮੁੱਖ ਮੰਤਰੀ ਸਾਹਿਬ ਖੁੱਲੇਪਣ ਨਾਲ ਤੇ ਖੁੱਲੇ ਮਨ ਨਾਲ ਵੱਖ-ਵੱਖ ਸ਼ੋਬਿਆਂ ਜਾਂ ਵੱਖ-ਵੱਖ ਜਿਹੜੇ ਮਹਿਕਮੇ ਆ ਉਹਨਾਂ ਕੋਲ, ਉਹਨਾਂ ਦੇ ਅਧਿਕਾਰੀਆਂ ਦੀ ਗੱਲ ਸੁਣਨ ਨੂੰ ਤਰਜੀਹ ਦਿੰਦੇ ਨੇ। ਜੇਕਰ ਉਹ ਹਰ ਮਾਮਲੇ ਨੂੰ ਹਰ ਅਧਿਕਾਰੀ ਤੋਂ ਪੂਰੀ ਤਰ੍ਹਾਂ ਸਮਝ ਕੇ ਫੈਸਲੇ ਲੈ ਰਹੇ ਹੋਣ ਤਾਂ ਮਾਮਲੇ ਫਸਣ ਕਿਉਂ? ਕੀ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਵਿਭਾਗ ਕਿਸੇ ਵੀ ਫੈਸਲੇ ਨੂੰ ਲੈਣ ਲੱਗਿਆਂ ਲੀਗਲ ਐਡਵਾਈਜ਼ਰ ਜਾਂ ਜਿਹੜੇ ਇਹਨਾਂ ਦਾ ਏਡੀ ਵੱਡੀ ਤਾਮਝਾਮ ਹੈ, 150 ਬੰਦਾ ਉੱਥੇ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ, ਕੀ ਉਹਨਾਂ ਤੋਂ ਉਹ ਰਾਏ ਨਹੀਂ ਲੈਂਦੇ? ਕਿਉਂਕਿ ਕੱਲ ਜਿਹੜੀ ਸੁਣਵਾਈ ਹੋ ਰਹੀ ਸੀ ਉਹਦੇ ਵਿੱਚ ਇੱਕ ਜਗ੍ਹਾ ਹਲਕਾ ਜ਼ਿਕਰ ਵੀ ਆਉਂਦਾ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਵੱਲੋਂ ਜਾਂ ਕਿਸੇ ਉਹਨਾਂ ਦੇ ਇਹ ਕਿਹਾ ਗਿਆ ਕਿ ਸਰਕਾਰ ਨਾਲ ਗੱਲ ਕਰਦੇ ਆ, ਸਮਝਾਉਣ। ਸੋ ਇਹਦਾ ਮਤਲਬ ਕੀ ਉਹਨਾਂ ਨਾਲ ਗੱਲ, ਇਹ ਫੈਸਲਾ ਉਹਨਾਂ ਦੀ ਲੀਗਲ ਟੀਮ ਦਾ ਨਹੀਂ, ਮੁੱਖ ਮੰਤਰੀ ਦਾ। ਕੀ ਮੁੱਖ ਮੰਤਰੀ ਸਾਹਿਬ, ਮੈਨੂੰ ਸਭ ਪਤਾ, ਇਸ ਤਰ੍ਹਾਂ ਦੀ ਸਮਝ ਵਿੱਚ ਤਾਂ ਨਹੀਂ ਫਸ ਕੇ ਕਿਤੇ ਨਵੇਂ ਆਏ ਨੇ ਕਿ ਉਹ ਇਸ ਸਿੱਖਣ ਦੇ ਵਿੱਚ ਝਿਜਕ ਮਹਿਸੂਸ ਕਰਦੇ ਆ, ਕੋਈ ਹੀਣ ਭਾਵਨਾ ਤਾਂ ਨਹੀਂ ਮਹਿਸੂਸ ਕਰਦੇ, ਖੁੱਲਾਪਣ ਛੱਡ ਤਾਂ ਨਹੀਂ ਰਹੇ ਉਹ ਅਧਿਕਾਰੀਆਂ ਦੇ ਸਾਹਮਣੇ ਸਿੱਖਣਾ ਸਮਝਣਾ ਇਹ ਛੋਟਾਪਣ ਤਾਂ ਨਹੀਂ ਮੰਨਦੇ? ਇਹ ਗੱਲ ਨੂੰ ਅੱਗੇ ਵਧਾ ਦਿਓ। ਮਤਲਬ ਦੇਖੋ, ਜਿੰਨੀ ਡਿਪਾਰਟਮੈਂਟਲ ਮੀਟਿੰਗਸ ਹੁੰਦੀਆਂ ਨੇ, ਉਸ ਤੋਂ ਬਾਅਦ ਜਦੋਂ ਆਪਾਂ ਅਫਸਰਾਂ ਨਾਲ ਗੱਲ ਕਰਦੇ ਹਾਂ ਜਿਹੜੇ ਉਹ ਮੀਟਿੰਗਾਂ 'ਚ ਸ਼ਾਮਲ ਹੁੰਦੇ ਆ, ਉਹਨਾਂ ਦਾ ਇੱਕ ਕਹਿਣਾ ਤਾਂ ਹੈ ਇਹ ਕਿ ਮੁੱਖ ਮੰਤਰੀ ਸਾਹਿਬ ਕੈਚ ਬੜੀ ਛੇਤੀ ਕਰਦੇ ਆ। ਮਤਲਬ ਤੁਸੀਂ ਕੋਈ ਚੀਜ਼ ਉਹਨਾਂ ਨੂੰ ਆਈਡੀਆ ਦਿਓ ਤਾਂ ਉਹ ਕੈਚ ਬਹੁਤ ਛੇਤੀ ਕਰਦੇ ਆ। ਹਾਂ, ਇਸ ਗੱਲ ਦੀ ਜਿਹੜੀ ਗੱਲ ਹੈ ਕਿ ਜਦੋਂ ਆਪਾਂ ਕੈਚ ਕਰਦੇ ਆ ਕੋਈ ਚੀਜ਼ ਤਾਂ ਉਹਦੇ ਕਾਨੂੰਨੀ ਪਹਿਲੂਆਂ ਨੂੰ ਵੀ ਜਾਂਚਣਾ ਕਿ ਉਹਨਾਂ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ, ਇਹ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਜਿਵੇਂ ਹੁਣ ਆਰਡੀਐਫ ਦਾ ਵਾਲਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ। ਆਰਡੀਐਫ ਦਾ ਕੈਚ ਕਰਨ ਨੂੰ ਅਜ਼ਿਊਮ ਕਰਨਾ ਵੀ ਕਹਿੰਦੇ ਆ ਕਿ ਅੱਧੀ ਗੱਲ ਆਈ, ਅੱਧੀ ਫੜ ਲਈ ਤੇ ਉਹਨੂੰ ਅਪਣਾ ਲਿਆ। ਉਹਦੇ ਵਿੱਚ ਜਿਹੜੀ ਅਗਲੀ ਅੱਧੀ ਆ ਉਹਦੇ ਚ ਟੈਕਨੀਕੈਲਿਟੀਜ਼ ਹੋ ਸਕਦੀਆਂ, ਕਿਤੇ ਉੱਥੇ ਤਾਂ ਨਹੀਂ ਪੇਚ ਫਸ ਜਾਂਦਾ? ਜੀ, ਮੈਂ ਵੀ ਉਹੀ ਉਸੇ ਗੱਲ ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਸਪੋਜ਼ ਕਰੋ ਕੋਈ ਏਦਾਂ ਦਾ ਚੀਜ਼ ਹੈ, ਦੇਖੋ ਇਹ ਬਹੁਤ ਅੱਛੀ ਚੀਜ਼ ਲੱਗਦੀ ਹੈ ਔਰ ਨੋ ਡਾਊਟ ਕਿ ਸੁਪਰੀਮ ਕੋਰਟ ਦੇ ਵਿੱਚ 100% ਸਰਕਾਰ ਜਿੱਤੇਗੀ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਰਕਾਰ ਨੂੰ ਉੱਥੇ ਕੋਈ ਨੁਕਸਾਨ ਹੋਏਗਾ। ਸਰਕਾਰ ਜਿੱਤੇਗੀ ਕਿਉਂਕਿ ਪਿਛਲੇ ਜੋ ਵੀ ਚੀਜ਼ਾਂ ਨੇ, ਅਸੀਂ ਉਹ ਜਿੰਨੇ ਵੀ ਪੈਸੇ ਖਰਚ ਕੀਤੇ ਨੇ, ਜੋ ਟੈਕਸਸ ਲਗਾਏ ਹੋਏ ਨੇ, ਬਕਾਇਦਾ ਵਿਧਾਨ ਸਭਾ 'ਚ ਲਗਾ ਕੇ ਜਾ ਕੇ ਬਿੱਲ ਲਿਆ ਕੇ ਫਿਰ ਲਗਾਏ ਨੇ। ਮਨੀ ਬਿੱਲ ਨੇ, ਉਸ ਤੋਂ ਪਹਿਲਾਂ ਗਵਰਨਰ ਨੇ ਅਪਰੂਵਲਾਂ ਦਿੱਤੀਆਂ ਹੋਈਆਂ, ਸਭ ਕੁਝ ਚੀਜ਼ਾਂ ਉਹਦੇ ਵਿੱਚ ਸ਼ਾਮਲ ਨੇ। ਪਰ ਉਹਦਾ ਇਹ ਨੁਕਸਾਨ ਹੋਊਗਾ ਕਿ ਅੱਗੇ ਤੋਂ ਜਿਹੜਾ ਅੱਗੇ ਤੋਂ ਹੈ ਉਹ ਗਵਰਨਮੈਂਟ ਆਫ ਇੰਡੀਆ ਕਹਿ ਸਕਦੀ ਹੈ ਵੀ ਅਸੀਂ ਨਹੀਂ ਲੈਣਾ ਜੀ,
ਅਸੀਂ ਖਰੀਦ ਹੀ ਨਹੀਂ ਕਰਨੀ ਫਿਰ। ਤਾਂ ਇਹ ਉਹਨਾਂ ਕੋਲੇ ਹੈਗਾ, ਪਰ ਇਹ ਕਰਨਗੇ ਕਿ ਨਹੀਂ ਕਰਨਗੇ, ਦੋਨੋਂ ਧਿਰਾਂ ਇੱਥੇ ਫਸੀਆਂ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਥਾਵਾਂ ਵੀ ਹੁੰਦੀਆਂ ਨੇ। ਦੂਸਰੀ ਇੱਕ ਚੀਜ਼ ਇਹ ਵੀ ਹੁੰਦੀ ਹੈ ਵੀ ਕੋਈ ਚੀਜ਼ ਇਸ ਤਰ੍ਹਾਂ ਦਾ ਵੀ ਆ ਸਕਦਾ ਹੈ, ਤੁਸੀਂ ਕਿਹਾ ਜਿਵੇਂ ਕਿ ਅਫਸਰਸ਼ਾਹੀ ਤੋਂ ਨਹੀਂ ਪੁੱਛਦੇ, ਕਈ ਵਾਰ ਇਹ ਹੁੰਦਾ ਕਿ ਤੁਸੀਂ LR ਦੀ ਬਿਲਕੁਲ ਡਿਫਰੈਂਟ ਓਪੀਨੀਅਨ ਹੁੰਦੀ ਹੈ, ਐਡਵੋਕੇਟ ਜਨਰਲ ਦੀ ਬਿਲਕੁਲ ਡਿਫਰੈਂਟ ਹੁੰਦੀ ਹੈ, CS ਦੀ ਬਿਲਕੁਲ ਡਿਫਰੈਂਟ ਹੁੰਦੀ ਹੈ। ਹੁਣ ਤੁਹਾਨੂੰ ਉੱਥੇ ਤਿੰਨਾਂ ਚੋਂ ਕੋਈ ਇੱਕ ਤਾਂ ਚੂਜ਼ ਕਰਨਾ ਹੀ ਪਊਗਾ। ਮੰਨ ਲਓ ਜਿਹੜਾ ਵੀ ਤੁਸੀਂ ਚੂਜ਼ ਕੀਤਾ ਉਹ ਉੱਥੇ ਜਾ ਕੇ ਅਦਾਲਤ ਜਾ ਕੇ ਫਸ ਗਿਆ, ਤਾਂ ਫਿਰ ਤੁਸੀਂ ਕਹੋਗੇ ਵੀ ਜੀ ਉੱਥੇ ਇਹ ਲਿੱਤੀ ਨਹੀਂ ਰਾਏ, ਕੀ ਇਸ ਤਰ੍ਹਾਂ ਦਾ ਸਿਸਟਮ ਹੈ? ਨਹੀਂ, ਰਾਏ ਤਾਂ ਮੈਨੂੰ ਲੱਗਦਾ ਕਿ ਲੈਂਦੇ ਹੀ ਨੇ, ਪਰ ਕੁਝ ਜਿਹੜੀਆਂ ਚੀਜ਼ਾਂ ਤੇ ਪੋਲੀਟੀਕਲ ਕੰਪਲਸ਼ਨਸ ਵੀ ਹੁੰਦੀਆਂ ਨੇ, ਜਿਵੇਂ ਖਾਸ ਤੌਰ ਤੇ ਜਿਹੜਾ ਆਹ ਮਾਮਲਾ ਹੈਗਾ ਪੰਚਾਇਤਾਂ ਵਾਲਾ, ਪੰਚਾਇਤਾਂ ਨੂੰ ਭੰਗ ਕਰਨ ਵਾਲਾ ਮੈਨੂੰ ਲੱਗਦਾ ਕਿ ਬਿਲਕੁਲ ਠੀਕ ਨਹੀਂ। ਇਹ ਫੈਸਲਾ ਬਿਲਕੁਲ ਗਲਤ ਹੈ, ਕਿਉਂਕਿ ਇਹ ਇਸ ਕਰਕੇ ਕਿਉਂਕਿ ਮੈਂ ਤਾਂ ਕੱਲ ਹਾਲਾਂਕਿ ਸਿਰਫ ਗਵਰਨਰ ਵਾਲਾ ਗਿਆ ਸੀ। ਜੇ ਤੁਸੀਂ ਦਿੱਲੀ ਸੇਵਾਵਾਂ ਵਾਲਾ ਵੀ ਦੇਖੋ, ਦਿੱਲੀ ਸੇਵਾਵਾਂ ਵਾਲੇ ਵਿੱਚ ਵੀ ਤਾਂ ਆਪਾਂ ਇਹੀ ਕਹਿ ਰਹੇ ਹਾਂ ਕਿ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਿਓ, ਕਿਉਂ ਤੁਸੀਂ LG ਤੋਂ ਕੰਮ ਕਰਾ ਰਹੇ ਹੋ? ਤੇ ਇੱਥੇ ਵੀ ਸੇਮ ਹੈ ਵੀ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਕੰਮ ਕਰਨ ਦਿਓ, ਤੁਸੀਂ ਕਿਉਂ ਉਹਨਾਂ ਦੇ ਉੱਤੇ ਪ੍ਰਸ਼ਾਸਕ ਲਗਾ ਰਹੇ ਹੋ? ਤੇ ਜੇ ਪੰਚਾਇਤਾਂ ਫੰਡਾਂ 'ਚ ਘੁਟਾਲੇ ਕਰ ਸਕਦੀਆਂ, ਜਿਵੇਂ ਇਹਨਾਂ ਨੇ ਕਿਹਾ ਕਿ 1000 ਕਰੋੜ ਰੁਪਇਆ ਪਿਆ ਹੋਇਆ ਜੀ ਉੱਥੇ, ਤੇ 1000 ਕਰੋੜ ਰੁਪਏ ਇਹ ਖੁਰਦ-ਬੁਰਦ ਹੋ ਸਕਦਾ ਹੈ, ਤਾਂ ਇਹ ਖੁਰਦ-ਬੁਰਦ ਜਿਹੜਾ ਹੈਗਾ ਉਹ ਅਫਸਰ ਕਿਉਂ ਨਹੀਂ ਕਰ ਸਕਦੇ? ਕੀ ਅਫਸਰਾਂ ਤੇ ਤੁਹਾਨੂੰ ਇੰਨਾ ਜ਼ਿਆਦਾ ਭਰੋਸਾ ਕਿ ਉਹ ਨਹੀਂ ਕਰਨਗੇ? ਸੋ ਇਹ ਬਹੁਤ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਸਵਾਲ ਨੇ। ਤੇ ਮੈਨੂੰ ਲੱਗਦਾ ਕਿ ਖਾਸ ਤੌਰ ਤੇ ਜਦੋਂ ਚੀਫ ਮਿਨਿਸਟਰ ਖੁਦ ਪੋਲੀਟੀਸ਼ੀਅਨ ਨੇ, ਤਾਂ ਉਹਨੂੰ ਪੋਲੀਟੀਕਲ ਬੰਦਿਆਂ ਦੇ ਨਾਲ ਖੜਨਾ ਚਾਹੀਦਾ ਜਾਂ ਪੋਲੀਟੀਕਲ ਸਿਸਟਮ ਦੇ ਨਾਲ ਖੜਨਾ ਚਾਹੀਦਾ, ਨਾ ਕਿ ਅਫਸਰਸ਼ਾਹੀ ਦੇ ਨਾਲ ਖੜਨਾ ਚਾਹੀਦਾ ਕਿ ਜੀ ਅਫਸਰ ਤਾਂ ਲੱਗੇ ਤਾਂ ਹੁਣ ਤਾਂ ਐਨ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਹੋ ਜਾਏਗਾ, ਪਰ ਜੇ ਉੱਥੇ ਪੋਲੀਟੀਕਲ ਬੰਦੇ ਹੈਗੇ ਨੇ ਤਾਂ ਪ੍ਰਸ਼ਾਸਨ ਸਾਫ਼ ਸੁਥਰਾ ਨਹੀਂ ਹੋਏਗਾ। ਇਹ ਗੱਲਾਂ ਨਹੀਂ ਚੱਲ ਸਕਦੀਆਂ ਦੋਨੋਂ ਇਕੱਠੀਆਂ। ਜੇ ਇੱਕ ਦਿੱਲੀ ਦੇ ਵਿੱਚ ਤੁਸੀਂ ਕੁਝ ਹੋਰ ਕਹਿ ਰਹੇ ਹੋ, ਇੱਥੇ ਤੁਸੀਂ ਕੁਝ ਹੋਰ ਕਰ ਰਹੇ ਹੋ। ਦੇਖੋ, ਆਮ ਤੌਰ ਤੇ ਮੁੱਖ ਮੰਤਰੀ ਸਾਹਿਬ ਇਹਦੇ ਤੋਂ ਕੋਈ ਅਵੇਸਲੇ ਤਾਂ ਹੋਣਗੇ ਨਹੀਂ ਕਿ ਪੰਚਾਇਤਾਂ ਸੱਤਾ ਵਾਲਿਆਂ ਦੀਆਂ ਹੁੰਦੀਆਂ ਨੇ, ਸੱਤਾਧਾਰੀ ਧਿਰ ਨੇ ਜਿੱਤਣੀਆਂ ਹੀ ਹੁੰਦੀਆਂ। ਪਿੰਡਾਂ ਦੇ ਵਿੱਚ ਧੜੇਬੰਦੀ ਦੇ ਵਿੱਚ ਜਿਹਦੀ ਪਾਵਰ ਆ ਉਹਦਾ ਧੜਾ ਧੱਕੇ ਨਾਲ ਵੀ ਲੈ ਜਾਂਦਾ ਤੇ ਉਹ ਇਨਫਲੂਐਂਸ ਵੀ ਕਰ ਜਾਂਦਾ ਥੱਲੇ ਦੇ ਪੱਧਰ ਤੇ। ਹੁਣ ਜੇਕਰ ਤੁਸੀਂ ਪ੍ਰਬੰਧਕ ਲਾ ਕੇ ਤੇ ਜਿਹੜੇ ਪੈਸੇ ਪੰਚਾਇਤਾਂ ਦੇ ਖਾਤਿਆਂ 'ਚ ਪਏ ਆ ਉਹ ਆਪਣੇ ਬੰਦਿਆਂ ਰਾਹੀਂ ਲਵਾਉਣਾ ਚਾਹੁੰਦੇ, ਹੁਣ ਕਿਸੇ ਪ੍ਰਬੰਧਕ ਨੇ ਖਾ ਤਾਂ ਜਾਣੇ ਨਹੀਂ ਪੈਸੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਥੱਲੇ ਵਾਲੇ ਬੜੇ ਅਲਰਟ ਨੇ। ਸੋ ਮਤਲਬ ਬੜਾ ਸਾਫ਼ ਸੀ ਕਿ ਜਿਹੜੇ ਤੁਹਾਡੀਆਂ ਧਿਰਾਂ ਵਾਲੇ ਬੰਦੇ ਨੇ, ਤੁਸੀਂ ਉਹਨਾਂ ਨੂੰ ਇਲੈਕਸ਼ਨ ਜਿੱਤਣ 'ਚ ਮਦਦ ਕਰਨਾ ਚਾਹ ਰਹੇ ਹੋ, ਪਰ ਮੈਨੂੰ ਲੱਗਦਾ ਮਦਦ ਨਾਲੋਂ ਜ਼ਿਆਦਾ ਉਹਨਾਂ ਦੇ ਗਲੇ ਦੀ ਹੱਡੀ ਬਣ ਜਾਣੀ ਜੇ ਉਹਦੇ ਵਿੱਚੋਂ 10-20% ਵੀ ਪੈਸੇ ਹੇਰਾਫੇਰੀ ਕਰਨ ਲੱਗ ਪਏ ਤੇ ਉਹਨਾਂ ਨੇ ਸ਼ੱਕੀ ਹੋ ਜਾਣਾ ਅਗਲੇ 2 ਮਹੀਨਿਆਂ 'ਚ ਹੀ। ਮੁੱਖ ਮੰਤਰੀ ਸਾਹਿਬ ਇਸ ਫੈਸਲੇ ਤੇ ਕਿਤੇ ਵਾਪਸ ਨਾ ਹੋਣ। ਜਿਵੇਂ ਕੱਲ ਦੱਸਿਆ ਗਿਆ, ਜਿਸ ਤਰੀਕੇ ਨਾਲ ਤੁਹਾਨੂੰ ਯਾਦ ਹੋਣਾ, ਵਿਮਨ ਕਮਿਸ਼ਨ ਦੀ ਚੇਅਰਮੈਨ ਨੂੰ ਹਟਾ ਲਿਆ, ਬਾਅਦ ਦੇ ਵਿੱਚ ਕਿਹਾ ਜੀ ਚਲੋ ਕੋਈ ਨਹੀਂ ਅਸੀਂ ਵਾਪਸ ਲੈਂਦੇ ਹਾਂ, ਫਿਰ ਉਹ ਬੀਬੀ ਫਿਰ ਬਣ ਗਏ, ਫਿਰ ਸੁਰਖੀਆਂ ਬਣੀਆਂ ਤੇ ਫਿਰ ਉਹਨਾਂ ਨੂੰ ਨਵਾਂ ਨੋਟੀਫਿਕੇਸ਼ਨ ਕਰਕੇ ਗਲਤੀਆਂ ਦਰੁਸਤ ਕਰਕੇ ਹਟਾ ਦਿੱਤਾ ਤੇ ਹੁਣ ਫਿਰ ਉਹ ਮਾਮਲਾ ਫਸਿਆ ਪਿਆ। ਸੋ ਇਹ ਫੈਸਲੇ ਤਾਂ ਬੜੇ ਤਰਕ ਸੰਗਤ ਤਰੀਕੇ ਨਾਲ ਲੈਣੇ ਚਾਹੀਦੇ। ਵੈਸੇ ਇੰਦਰਪ੍ਰੀਤ ਜੀ, ਇਹਦੇ ਉੱਤੇ ਭਾਸਕਰ ਸਾਹਿਬ ਤੋਂ ਹੀ ਗੱਲ ਅੱਗੇ ਲੈ ਲੈਂਦੇ। ਭਾਸਕਰ ਸਾਹਿਬ, ਵੈਸੇ ਸਰਕਾਰ 3-4 ਵੱਡੀਆਂ ਗੱਲਾਂ ਕਰਕੇ ਆਈ ਆ, ਹੁਣ ਕਿਉਂ ਵੇਟ ਕੀਤੀ ਜਾ ਰਹੀ ਆ ਵੀ ਜੇ ਬਾਈਬਲ ਕਲਾਂ 'ਚ 2 ਵਿਅਕਤੀ ਮਰੇ ਨੇ ਉਸ ਵੇਲੇ, ਤੁਸੀਂ SIT ਦੀ ਜਾਂਚ ਫਸਾ ਕੇ ਕਿਉਂ ਬੈਠੇ ਹੋ? ਬਈ ਤੁਸੀਂ ਕੋਟਕਪੂਰੇ ਦੀ ਦੇ ਦਿੱਤੀ, ਹੁਣ ਕੋਈ ਨਵੀਂ ਉਡੀਕ ਹੈ ਕਿ ਕੋਈ ਹੋਰ ਸਮਾਂ ਚੁਣਿਆ ਜਾਵੇ ਜਦੋਂ ਫਾਇਦਾ ਹੋਵੇ? ਸੋ ਇਹ ਕਾਫੀ ਵੱਡਾ ਮਾਮਲਾ ਹੈ ਕਿ ਉੱਥੇ ਕੱਲ ਸੁਖਰਾਜ ਵੀ ਤੇ ਨਾਲ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਦੇ ਫਾਦਰ, ਉਹਨਾਂ ਨੇ ਇੱਕ ਪਟੀਸ਼ਨ ਵੀ ਪਾਤੀ ਹੈ, SIT ਮੀਟਿੰਗਾਂ ਵੀ ਕਰਦੀ ਫਿਰਦੀ ਹੈ। ਫੈਸਲੇ ਲੈਣ ਵਾਲੀ ਆ ਮਾਮਲੇ ਤੇ ਮੁੱਖ ਮੰਤਰੀ ਸਾਹਿਬ ਇਹ ਵੀ ਹੈਗੇ, ਕੀ ਕਹਿੰਦੇ ਜੀ? ਬਿਲਕੁਲ, ਇਸ ਮਾਮਲੇ ਤੋਂ ਗੱਲ ਕਰਨ ਤੋਂ ਪਹਿਲੇ ਤੁਸੀਂ ਮੁੱਖ ਮੰਤਰੀ ਉਹਨਾਂ ਦੇ ਕੰਮ ਕਰਨ ਦੇ ਸਟਾਈਲ ਦੀ ਗੱਲ ਕੀਤੀ ਸੀ। ਮੈਂ ਬੜਾ ਇੱਕ ਛੋਟੇ ਜਿਹੇ ਸ਼ਬਦਾਂ ਦੇ ਵਿੱਚ, ਮੁੱਖ ਮੰਤਰੀ ਵਾਲੀਬਾਲ ਦੇ ਸ਼ੌਕੀਨ ਨੇ ਔਰ ਕੱਲ ਵੀ ਖੇਡ ਰਹੇ ਸੀਗੇ ਜਦ ਖੇਡਾਂ ਦਾ ਉਦਘਾਟਨ ਕੀਤਾ ਜਾ ਰਿਹਾ ਸੀਗਾ। ਔਰ ਵਾਲੀਬਾਲ ਦੇ ਵਿੱਚ ਉਹ ਜਿਹੜੀ ਸਾਰੀ ਟੀਮ ਹੁੰਦੀ ਹੈ ਨਾ, ਉਹਨਾਂ ਨੂੰ ਮੰਨ ਲਓ ਅਫਸਰ, ਉਹ ਜਦ ਵਾਲੀ ਬਣਾਉਂਦੇ ਨੇ ਔਰ ਬਾਅਦ ਚੋਂ ਮੁੱਖ ਮੰਤਰੀ ਉਸ ਵਾਲੀ ਨੂੰ ਮਾਰਦੇ ਨੇ, ਉਹ ਗੱਲ ਮਾਰਨ ਵਾਲੇ ਦੇ ਉੱਤੇ ਤੋਂ ਜ਼ਿਆਦਾ ਜਿਹੜੇ ਵਾਲੀ ਬਣਾਉਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਡਿਪੈਂਡ ਕਰਦੀ ਹੈ। ਜੇ ਵਾਲੀ ਬਣਾਉਣ ਵਾਲੇ ਹੀ ਗਲਤ ਹੋ ਜਾਣ ਤੇ ਮਾਰਨ ਵਾਲਾ ਵੀ ਕੀ ਕਰੇ? ਤੇ ਇਹੀ ਹਾਲਤ ਕੁਝ ਮੁੱਖ ਮੰਤਰੀ ਦੀ ਵੀ ਹੈ। ਔਰ ਕਈ ਵਾਰ ਆਪਣੇ ਕਿਸੇ ਗੇਮ ਦੇ ਵਿੱਚ ਜਾਂ ਸਰਕਾਰ ਚਲਾਉਣ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਨਿਪੁੰਨ ਸਮਝਣਾ ਸ਼ੁਰੂ ਕਰ ਦਿਓ ਤੇ ਉੱਥੇ ਸੁਜੈਸ਼ਨ ਦੇਣ ਵਾਲਿਆਂ ਦਾ ਘਾਟਾ ਹੋ ਜਾਂਦਾ ਹੈ, ਕਿਉਂਕਿ ਉਹ ਵੱਡੀ ਕੁਰਸੀ ਤੇ ਬਹਿਣ ਵਾਲਿਆਂ ਤੋਂ ਇਸ ਕਰਕੇ ਵੀ ਡਰਦੇ ਨੇ ਕਿ ਜੇ ਕੋਈ ਸੁਜੈਸ਼ਨ ਦਿੱਤਾ, ਜੇ ਚੰਗਾ ਨਹੀਂ ਲੱਗਿਆ ਤੇ ਫਿਰ ਕਿਸ ਤਰੀਕੇ ਨਾਲ ਉਹ ਬਿਹੇਵ ਕਰਨਗੇ। ਹੁਣ ਗੱਲ ਕਰੀਏ SIT। ਕੱਲ SIT ਦੇ ਮੈਂਬਰ ਬਾਈਬਲ ਕਲਾ ਮੋਰਚਾ ਦੇ ਉਹਨਾਂ
ਲੋਕਾਂ ਨਾਲ ਮਿਲੇ, ਉਹਨਾਂ ਲੀਡਰ ਕਹੀਏ ਜਿਹੜਾ ਲੀਡਰਸ਼ਿਪ ਹੈਗੀ ਉੱਥੇ ਮੋਰਚੇ ਦੀ ਹੈਗੀ ਹੈ, ਉਹਦੇ ਵਿੱਚ ਗੱਲਾਂ ਕੀ ਹੁੰਦੀ ਹੈ? ਗੱਲਾਂ ਹੁੰਦੀ ਹੈ ਜੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਗਵਾਹਾਂ ਨੂੰ ਅਕਿਊਜ਼ ਬਣਾਤਾ, ਅਕਿਊਜ਼ ਨੂੰ ਗਵਾਹ ਬਣਾਤੇ ਤੇ ਇਸ ਮੁੱਦੇ ਦੇ ਉੱਤੇ ਕੁਝ ਕਰੋ। ਔਰ ਨਾਲ ਦੇ ਨਾਲ ਜਿਹੜੇ ਸੁਖਰਾਜ ਸਿੰਘ ਹੈ ਉਹ ਇਹ ਵੀ ਕਹਿੰਦੇ ਨੇ ਸਾਨੂੰ SIT ਦੇ ਉੱਤੇ ਕੋਈ ਬਹੁਤਾ ਭਰੋਸਾ ਤੇ ਨਹੀਂ, ਪਰ ਹਾਂ ਇਹ ਕਹਿੰਦੇ ਨੇ ਕਿ ਆਪਾਂ ਰਿਪੋਰਟ ਜਲਦੀ ਦੇ ਦਾਂਗੇ। ਨੌਨਿਹਾਲ ਸਿੰਘ ਉਹਨਾਂ ਦੀ ਉਸ SIT ਦੀ ਰਿਪੋਰਟ ਕਿਉਂ ਨਹੀਂ ਆਈ ਜਦ ਕੋਟਕਪੂਰਾ ਵਾਲੀ SIT ਦੀ ਰਿਪੋਰਟ ਆ ਗਈ ਹੈ? ਔਰ ਇਸ ਮੁੱਦੇ ਦੇ ਉੱਤੇ 8 ਸਾਲ ਤੋਂ ਵੀ ਵੱਧ ਹੋ ਚੁੱਕੇ ਨੇ, ਆਹ ਰਿਪੋਰਟ ਹਜੇ ਵੀ ਠੰਡੇ ਬਸਤੇ ਦੇ ਵਿੱਚ ਹੈ। ਕੱਲ ਦੀ SIT ਦੀ ਮੀਟਿੰਗ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ, ਸਵਾਏ ਹੈ ਕਿ ਬੜੀ ਛੇਤੀ ਆਪਾਂ ਰਿਪੋਰਟ ਦੇ ਦਾਂਗੇ। ਔਰ ਸਵਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਦੇ ਹੋ ਰਹੇ ਨੇ ਜੋ ਆਲਰੇਡੀ ਕੋਰਟ ਤੋਂ ਰਿਜੈਕਟ ਹੋ ਚੁੱਕੀ ਹੈ, ਸਵਾਲ ਨਵੀਂ SIT ਦੀ ਕਾਰਗੁਜ਼ਾਰੀ ਦੇ ਉੱਤੇ ਘੱਟ ਹੋਏ। ਇਹ ਇੱਕ ਬੜੀ ਅਜੀਬ ਜੀ ਗੱਲ ਸੀ ਕਿ ਕੱਲ ਦੀ ਮੀਟਿੰਗ ਦੇ ਵਿੱਚ ਹੁਣ ਸੁਖਰਾਜ ਉਹਨਾਂ ਇਹ ਕਹਿ ਰਹੇ ਨੇ ਕਿ ਸਾਨੂੰ ਉਮੀਦ ਹੈ ਇਹ ਰਿਪੋਰਟ ਛੇਤੀ ਆ ਜਾਏਗੀ, ਤੇ ਉਹਨਾਂ ਨੂੰ ਕਿਸ ਗੱਲ ਦੇ ਉੱਤੇ ਇਸ ਉਮੀਦ ਹੈ ਇਹ ਗੱਲ ਉਹਨਾਂ ਨੇ ਨਹੀਂ ਦੱਸੀ। ਪਰ ਨਾਲ ਦੇ ਨਾਲ ਉਸੇ ਸਾਹ ਦੇ ਵਿੱਚ ਇਹ ਵੀ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਕੋਈ ਉਮੀਦ ਨਹੀਂ ਇਹਨਾਂ ਤੋਂ। ਸੁਖਰਾਜ ਵੀ ਪੋਲਿਟਿਕਸ ਦੇ ਵਿੱਚ ਮੈਨੂੰ ਲੱਗਦਾ ਉਹ ਪੈਰ ਰੱਖਿਆ ਹੋਇਆ ਉਹਨਾਂ ਨੇ, ਉਹਨਾਂ ਦੀ ਵੀ ਲਾਈਨ ਕੋਈ ਬਹੁਤ ਕਲੀਅਰ ਨਹੀਂ ਹੈ, ਕਨਫਿਊਜ਼ਨ ਹੈ ਔਰ ਉਹ ਦੁਬਦਾ ਹੈ। ਮਤਲਬ ਦੇਰ ਤੱਕ ਬੈਠੇ ਰਹਿਣ ਦੇ ਫਾਇਦੇ ਕੀ ਹੈ? ਜਾਂ ਤੇ ਤੁਸੀਂ ਇਸ ਮੂਵਮੈਂਟ ਨੂੰ ਵੱਡੀ ਕਰੋ, ਮੂਵਮੈਂਟ ਨੂੰ ਤੁਸੀਂ ਵੱਡੀ ਵੀ ਨਹੀਂ ਕਰ ਰਹੇ। ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਕਟਹਿਰੇ 'ਚ ਲਿਆ ਕੇ ਕੀ ਸਾਬਤ ਕਰੋਗੇ ਜਦੋਂ ਕਿ ਉਹਨਾਂ ਦੀ ਪੂਰੀ ਜਾਂਚ ਹੀ ਰੱਦ ਕੀਤੀ ਜਾ ਚੁੱਕੀ ਹੈ? ਮਤਲਬ ਉਹ ਇਰਰੈਲੇਵੈਂਟ ਗੱਲਾਂ ਨੇ। ਤੁਸੀਂ ਰੈਲੇਵੈਂਟ ਗੱਲ ਕਿਉਂ ਨਹੀਂ ਕਰਦੇ? ਤੁਸੀਂ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਿਉਂ ਨਹੀਂ ਕਰਦੇ ਕਿ ਤੁਰੰਤ ਸਾਰੀਆਂ ਚਾਰਜਸ਼ੀਟ ਦਾਖਲ ਕਰਕੇ ਡੇ ਬਾਈ ਡੇ ਦੇ ਆਧਾਰ ਤੇ ਟ੍ਰਾਇਲ ਕਿਉਂ ਨਹੀਂ ਹੁੰਦੇ? ਮੰਗ ਤਾਂ ਇਹ ਕਰਨੀ ਚਾਹੀਦੀ ਆ, ਮੰਗ ਹੋ ਹੀ ਨਹੀਂ ਰਹੀ। ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ ਹੁਣ ਸਾਨੂੰ ਤਾਂ ਸਮਝ ਨਹੀਂ ਆਉਂਦੀ, ਉਹ ਦੱਸਣਗੇ ਤਾਂ ਚੰਗਾ ਹੋਊਗਾ। ਪਰ ਮੈਂ ਇੰਦਰਪ੍ਰੀਤ ਜੀ ਤੁਹਾਡੇ ਤੋਂ ਸਮਝਣਾ ਚਾਹੂੰਗਾ, ਮਾਮਲਾ ਅਜੇ ਇੱਥੇ ਮੁੱਕਿਆ ਨਹੀਂ। ਪਹਿਲੀ ਗੱਲ ਦੇ ਵਿੱਚ ਬਹੁਤ ਛੋਟੀ ਜੀ ਗੱਲ ਜ਼ਰੂਰ ਜੋੜ ਦਿਓ ਕਿ ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਇੱਕ ਖੌਫ ਹੈ। ਖੌਫ ਇਹ ਹੈ ਕਿ ਜਦੋਂ ਵੀ ਕੋਈ ਜਾਂਚ ED ਕੋਲ ਚਲੇ ਜਾਂਦੀ ਹੈ ਤਾਂ ਉਹ ਜਾਂਚ ਦਾ ਦਾਇਰਾ ਮੋਕਲਾ ਹੋ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਵੀ ਅਧਿਕਾਰੀ ਫੈਸਲਾ ਲੈਣ ਲੱਗਿਆ ਇੱਕ ਦੂਜੇ ਦੇ ਉੱਤੇ ਸੁੱਟ ਰਹੇ ਨੇ। ਮਤਲਬ ਇਹ ਸਾਡੇ ਕੋਲ ਪੁਖਤਾ ਕੁਝ ਰਿਪੋਰਟਾਂ ਨੇ ਕਿ ਵੱਡੇ ਪੱਧਰ ਵਾਲੇ ਅਫਸਰ ਜਿਹੜੇ ਨੇ ਉਹ ਚਾਹ ਰਹੇ ਨੇ ਕਿ ਦੂਜਾ ਹੀ ਫੈਸਲਾ ਲਵੇ, ਦੂਜਾ ਹੀ ਨੋਟੀਫਿਕੇਸ਼ਨ ਜਾਰੀ ਕਰ ਦੇ, ਦੂਜਾ ਹੀ ਕਿਸੇ ਡਿਸੀਜਨ ਦੇ ਉੱਤੇ ਸਾਈਨ ਕਰ ਦੇ। ਇਸ ਤਰੀਕੇ ਨਾਲ ਸਰਕਾਰਾਂ ਦੇ ਕੰਮ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਜਾਂਦੇ ਨੇ। ਮੈਨੂੰ ਲੱਗਦਾ ਜਿਹੜੀ ਇੱਕ ਕਰਪਸ਼ਨ ਦੇ ਖਿਲਾਫ ਮੁਹਿੰਮ ਸੀ ਉਹ ਗਲੇ ਦੀ ਹੱਡੀ ਵੀ ਬਣ ਰਹੀ ਆ, ਕਿਉਂਕਿ ਗਵਰਨਮੈਂਟ ਦੀ ਮੌਜੂਦਾ ਵਰਕਿੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ। ਰੰਧਾਵਾ ਸਾਹਿਬ ਦੇਖੋ, ਇਹ ਤਾਂ ਮਤਲਬ ਤੈਅ ਹੀ ਹੁੰਦਾ ਕਿ ਜਦੋਂ ਤੁਸੀਂ ਇਸ ਕਿਸਮ ਦਾ ਫੈਸਲੇ ਲੈਂਦੇ ਹੋ, ਤੁਸੀਂ ਸਰਕਾਰਾਂ ਸਟੈਂਡ ਵੀ ਨਹੀਂ ਤੁਹਾਡੇ ਨਾਲ ਕਰਦੀਆਂ, ਤਾਂ ਫਿਰ ਇਹ ਜਿਹੜੇ ਕੋਈ ਵੀ ਬੰਦਾ ਜਿਹੜਾ ਫੈਸਲਾ ਲੈਂਦਾ ਹੈ ਉਹ ਫਿਰ ਫੈਸਲਾ ਲੈਣ ਤੋਂ ਜ਼ਿਆਦਾ ਝਕਦਾ ਹੈ, ਜਾਂ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਇਨਵੋਲਵ ਕਰਦਾ ਹੈ, ਜਾਂ ਆਪਣੇ ਜੂਨੀਅਰਸ ਨੂੰ ਜਾਂ ਕਿਸੇ ਹੋਰ ਨੂੰ ਉਹਦੇ ਤੇ ਗੱਲ ਪਾਉਂਦਾ ਹੈ। ਮਤਲਬ ਤੁਸੀਂ ਖੁਦ ਫੈਸਲਾ ਲੈਂਦੇ, ਯਾਨੀ ਕਿ ਅਥਾਰਟੀ ਤੁਸੀਂ ਹੋ ਪਰ ਫੈਸਲੇ ਤੁਸੀਂ ਕਿਸੇ ਹੋਰਾਂ ਦੇ ਉੱਤੇ ਪਾਈ ਜਾ ਰਹੇ ਹੋ। ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਸਾਹਮਣੇ ਆਉਂਦੀਆਂ ਹੀ ਨੇ। ਦਿੱਕਤ ਇਹ ਇੱਕ ਦੇਖੋ, ਸਰਕਾਰੀ ਸਿਸਟਮ ਦੇ ਵਿੱਚ ਇੱਕ ਕੰਮ ਕਰਨ ਦਾ ਇੱਕ ਪ੍ਰਕਿਰਿਆ ਹੈ ਕਿ ਕਿਸ ਤਰ੍ਹਾਂ ਫਾਈਲਾਂ ਚੱਲਣਗੀਆਂ, ਕਿੱਥੋਂ ਬਣਨਗੀਆਂ, ਕਿਹਨੇ ਕੀ ਟਿੱਪਣੀ ਕਰਨੀ ਹੈ, ਕਿਹਨੇ ਕੀ ਫੈਸਲਾ ਲੈਣਾ ਹੈ। ਇਹ ਸਾਰੀ ਇੱਕ ਪੂਰੀ ਪ੍ਰੋਪਰ ਸਿਸਟਮ ਬਣਿਆ। ਜੇ ਮਤਲਬ ਸੈਕਟਰੀ ਦੇ ਵਿੱਚ ਨਹੀਂ ਬਣਦੀ ਗੱਲ ਜਾਂ ਮੰਤਰੀ 'ਚ ਨਹੀਂ ਬਣਦੀ ਤਾਂ ਚੀਫ ਸੈਕਟਰੀ ਹੈ ਜਾਂ ਫਿਰ ਚੀਫ ਮਿਨਿਸਟਰ ਹੈ। ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ। ਪਰ ਜਦੋਂ ਤੁਸੀਂ ਕੋਈ ਵੀ ਫੈਸਲਾ ਹੋਵੇ, ਮੰਨ ਲਓ ਕਿ ਕੋਈ ਤੁਹਾਨੂੰ ਪੋਲੀਟੀਕਲ ਧਿਰ ਇਸ ਤਰ੍ਹਾਂ ਦਾ ਫੈਸਲਾ ਲੈਣ ਨੂੰ ਕਹਿੰਦੀ ਹੈ ਜਿਹੜਾ ਤੁਹਾਡੀ ਕੌਨਸ਼ੀਅਸ ਨਹੀਂ ਮੰਨਦੀ, ਤਾਂ ਉਹਦੇ ਇੱਕ ਬਹੁਤ ਸਿੰਪਲ ਸੋਲੂਸ਼ਨਸ ਨੇ ਕਿ ਤੁਸੀਂ ਉਹ ਕੈਬਨਿਟ ਦੇ ਵਿੱਚ ਲੈ ਲਓ। ਸਿੰਪਲ ਸੋਲੂਸ਼ਨਸ ਇਹ ਹੁੰਦੇ ਆ ਕਿ ਜੀ ਇਹ ਫੈਸਲਾ ਇੱਥੇ ਨਹੀਂ ਹੋਣ ਵਾਲਾ, ਇਹ ਕੈਬਨਿਟ ਅਪਰੂਵ ਕਰ ਦੇ। ਤੇ ਜਿਹੜਾ ਕੈਬਨਿਟ ਅਪਰੂਵ ਕਰ ਦਿੰਦੀ ਹੈ ਉਸ ਫੈਸਲੇ ਦੇ ਉੱਤੇ ਕੋਈ ਵੀ ਜਿਹੜੀ ਹੈਗੀ ਕਿੰਤੂ ਪਰੰਤੂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਇੱਕ ਸਮੂਹਿਕ ਫੈਸਲਾ ਹੁੰਦਾ ਹੈ ਤੇ ਉਹ ਸਰਕਾਰ ਦਾ ਫੈਸਲਾ ਹੁੰਦਾ ਹੈ। ਪਰ ਕਈ ਜ਼ਿਆਦਾਤਰ ਥਾਵਾਂ ਤੇ ਇਸ ਤਰ੍ਹਾਂ ਦਾ ਝੋਰ ਮਿਲਣ ਜਿਹੜੀ ਚੀਜ਼ਾਂ ਨੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਕਿ ਇਹ ਨਹੀਂ ਹੋ ਸਕਦਾ। ਜਿਵੇਂ ਆਪਾਂ ਪਿੱਛੇ ਜੇ ਦੇਖਿਆ ਸੀਗਾ, ਜੇ ਤੁਸੀਂ ਉਹਦੀ ਗੱਲ ਕਰੋ ਅਜੋਏ ਸ਼ਰਮਾ ਵਾਲੀ, ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ 30 ਲੱਖ ਰੁਪਇਆ ਐਡਵਰਟਾਈਜ਼ਮੈਂਟ ਤੇ ਖਰਚ ਨਹੀਂ ਕਰ ਸਕਦਾ, ਬਜਾਏ ਇਹਦੇ ਕਿ ਉਹਨਾਂ ਨੂੰ ਇਹ ਕਹਿਣ ਦੇ ਕਿ ਮੈਂ ਨਹੀਂ ਖਰਚ ਕਰਦਾ, ਤਾਂ ਤੁਸੀਂ ਕਹਿ ਦਿਓ ਕਿ ਵੀ ਇਹ ਕੈਬਨਿਟ ਕਰ ਲੈ ਫੈਸਲਾ ਇਹਦੇ ਉੱਤੇ। ਤਾਂ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਫੈਸਲੇ ਜਿਹੜੇ ਹੈਗੇ ਆ ਉਹ ਜਲਦੀ ਨਿਕਲ ਜਾਂਦੇ ਆ। ਪਰ ਜਦੋਂ ਤੁਸੀਂ ਨਹੀਂ ਲੈਂਦੇ ਤਾਂ ਫਿਰ ਸਿਰਫ ਤੁਹਾਡੇ ਤੇ ਆਉਂਦੀ ਹੈ। ਹੁਣ ਉਹਨਾਂ ਕੇਸਾਂ ਤੋਂ ਬਾਅਦ ਅਫਸਰਸ਼ਾਹੀਆਂ ਦੇ ਵਿੱਚ ਬਹੁਤ ਡਰ ਬਣ ਗਿਆ। ਜਾਂ ਤਾਂ ਅਫਸਰ ਕੰਮ ਨਹੀਂ ਕਰ ਰਹੇ ਜਾਂ ਫਿਰ ਕਲੈਰਿਟੀ ਨਾਲ ਹੀ ਕਹਿ ਦਿੰਦੇ ਵੀ ਇਹ ਨਹੀਂ ਹੋਏਗਾ, ਵੀ ਮੈਂ ਤਾਂ ਨਹੀਂ ਕਰ ਸਕਦਾ, ਕਿਸੇ ਹੋਰ ਨੂੰ ਲਗਾ। ਜੀ ਭਾਸਕਰ ਸਾਹਿਬ, ਬੜੀ ਤੇਜ਼ੀ 'ਚ ਹੁਣ ਆਉਂਦੇ ਆ। ਅਗਲੀ ਖਬਰ ਆਪਾਂ ਲਵਾਂਗੇ ਦੇਸ਼ ਦੀ ਰਾਜਨੀਤੀ ਦੀ। ਉਹਦੇ ਵਿੱਚ ਕਾਫੀ ਉਤਰਾਅ ਚੜਾਅ ਨੇ, ਕਾਫੀ ਨਵੀਆਂ ਚੀਜ਼ਾਂ ਵਾਪਰੀਆਂ, ਰੈਪੀਟੇਸ਼ਨ ਹੋਊਗੀ, ਮੈਂ ਨਹੀਂ ਕਰਦਾ ਇੱਥੇ ਗੱਲ,
ਵੈਸੇ ਮਨਜਿੰਦਰ ਸਿੰਘ ਸਿਰਸਾ ਨੂੰ ਸਕੱਤਰ ਬਣਾ ਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਸਿੱਖ ਫੇਸ ਨੂੰ ਜਿਹੜਾ ਕਿ ਬੜਾ ਤੇਜ਼ ਧਾਰ ਹੈ ਉਹਨੂੰ ਅੱਗੇ ਵਧਾਤਾ ਹੈ। ਕਿਸੇ ਨਾ ਕਿਸੇ ਸਟੇਟ ਦਾ ਉਹਨਾਂ ਨੂੰ ਪ੍ਰਭਾਰੀ ਵੀ ਲਾਇਆ ਜਾਊਗਾ, ਨੋ ਡਾਊਟ ਕਿ ਪੰਜਾਬ ਦਾ ਵੀ ਲਾਇਆ ਜਾ ਸਕਦਾ। ਜੇ ਪੰਜਾਬ ਦਾ ਲਾਇਆ ਗਿਆ ਤਾਂ ਫਿਰ ਜਿਹੜੇ ਪੁਰਾਣੇ ਆਪਣੇ ਸੀਗੇ ਉਹ ਜਦੋਂ ਸ਼ਰੀਕ ਬਣ ਕੇ ਉਹਨਾਂ ਦੇ ਸਾਹਮਣੇ ਖੜਾ ਹੋਣਾ ਪੈਂਦਾ, ਬੜੀ ਮੁਸ਼ਕਿਲ ਘਾਟੀ ਬਣ ਜਾਂਦੀ ਹੈ। ਗੁਜਰਾਤ ਵੀ ਭੇਜਿਆ ਜਾ ਸਕਦਾ ਕਿਉਂਕਿ ਉਹ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਬੜੇ ਨੇੜੇ ਨੇ। ਕਿਤੇ ਪੂਰੀ ਤਰ੍ਹਾਂ ਆਪਣਾ ਵਫਾਦਾਰ, ਆਪਣਾ ਭਰੋਸੇ ਵਾਲਾ ਬੰਦਾ ਗੁਜਰਾਤ ਦੇ ਵਿੱਚ ਪ੍ਰਭਾਰੀ ਵੀ ਲਾਇਆ ਜਾ ਸਕਦਾ, ਕਿਉਂਕਿ ਇੱਕ ਸਿੱਖ ਪੋਲਿਟਿਕਸ ਨਾਲ ਜੁੜਿਆ ਬੰਦਾ ਜਿਹਦੀ ਦਿੱਲੀ ਕਮੇਟੀ, ਹਰਿਆਣਾ ਕਮੇਟੀ ਤੇ ਪੰਜਾਬ ਦੀ ਅਕਾਲੀ ਰਾਜਨੀਤੀ ਵਿੱਚ ਪਕੜ ਰਹੀ ਹੈ, ਉਸ ਵਿਅਕਤੀ ਦਾ ਉੱਪਰਲੀਆਂ ਸਫਾਂ 'ਚ ਜਾਣਾ ਪੰਜਾਬ ਦੇ ਪ੍ਰਭਾਵਿਤ ਹੁੰਦੇ ਫੈਸਲਿਆਂ ਦੇ ਉੱਤੇ ਅਸਰ ਤਾਂ ਪਾਊਗਾ। ਦੇਖੋ ਇਹ ਗੱਲ ਤੇ ਤੈਅ ਹੈ ਕਿ ਸਿਰਸਾ ਉਹਨਾਂ ਨੂੰ ਜਦ ਨੈਸ਼ਨਲ ਸੈਕਟਰੀ ਬਣਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਵੱਡਾ ਅਹੁਦਾ ਮਿਲਣਾ ਹੈ। ਉਹ ਪੰਜਾਬ ਵਿੱਚ ਮਿਲੇਗਾ, ਗੁਜਰਾਤ ਵਿੱਚ ਮਿਲੇਗਾ, ਇਹਦੀ ਗੱਲ ਤੁਸੀਂ ਕਰਕੇ ਹਟੇ ਹੋ। ਪੰਜਾਬ ਵਿੱਚ ਇਸ ਕਰਕੇ ਚਾਂਸਸ ਜ਼ਿਆਦਾ ਹੈਗੇ ਨੇ ਕਿਉਂਕਿ ਆਮ ਆਦਮੀ ਪਾਰਟੀ ਤੋਂ ਰਿਲੇਟਡ ਕੋਈ ਵੀ ਮੁੱਦਾ ਅਗਰ ਉੱਠਦਾ ਹੈ ਤੇ ਉਹਦੇ ਉੱਤੇ ਤਕਰੀਬਨ ਸਭ ਤੋਂ ਪਹਿਲੇ ਰਿਐਕਸ਼ਨ ਸਿਰਸਾ ਸਾਹਿਬ ਦਾ ਆਉਂਦਾ ਹੈ। ਉਹ ਅਕਾਲੀ ਦਲ ਦੇ ਬਾਰੇ 'ਚ ਬਹੁਤਾ ਅਗੇਂਸਟ ਨਹੀਂ ਬੋਲਦੇ। ਜਦ ਅਕਾਲੀ ਦਲ ਦਾ ਕੋਈ ਆਗੂ ਉਹਨਾਂ ਦੇ ਅਗੇਂਸਟ ਬੋਲਦਾ ਤਦ ਉਹਦਾ ਜਵਾਬ ਦਿੰਦੇ ਹੋਏ ਜ਼ਰੂਰ ਸੁਣੇ ਜਾਂਦੇ ਨੇ। ਸਿੱਖ ਪੋਲਿਟਿਕਸ ਦੇ ਵਿੱਚ ਜ਼ਰੂਰ ਉਹਨਾਂ ਨੂੰ ਉਤਾਰਿਆ ਜਾ ਸਕਦਾ। ਚਲੋ ਇਹ ਤੇ ਭਾਜਪਾ ਦਾ ਆਪਣਾ ਮਾਮਲਾ, ਕਿੱਥੇ ਕਿਹਨੂੰ ਲਾਣਾ। ਹੁਣ ਗੱਲ ਕਰੀਏ ਜਿਹੜੀ ਪੋਲਿਟਿਕਸ ਨੈਸ਼ਨਲ ਹੈਗੀ ਹੈ, ਇੰਡੀਆ ਔਰ ਐਨਡੀਏ। ਇੰਡੀਆ ਦੀ ਮੀਟਿੰਗ ਕੱਲ ਹੋ ਰਹੀ ਹੈ, ਕੱਲ ਤੋਂ ਸ਼ੁਰੂ ਹੋ ਗਈ, ਯਾਨੀ ਕੱਲ ਰਾਤ ਨੂੰ ਹਯਾਤ ਗ੍ਰੈਂਡ ਹੋਟਲ ਦੇ ਵਿੱਚ ਮੁੰਬਈ ਦੇ ਡਿਨਰ ਰੱਖਿਆ ਹੋਇਆ ਹੈ। ਔਰ ਉਸ ਤੋਂ ਬਾਅਦ ਨਵੀਂ ਡਿਵੈਲਪਮੈਂਟ ਇਹਦੇ ਵਿੱਚ ਇਹ ਆਈ ਹੈ ਕਿ ਸ਼ਰਦ ਪਵਾਰ ਹੋਣਾ, ਜਿਨ੍ਹਾਂ ਦੇ ਬਾਰੇ 'ਚ ਕਿਹਾ ਜਾਂਦਾ ਸੀਗਾ ਕਿ ਉਹ ਕਿਤੇ ਬੀਜੇਪੀ 'ਚ ਨਹੀਂ ਚਲੇ ਜਾਣਗੇ, ਅਜੀਤ ਪਵਾਰ ਨੂੰ ਕਹਿੰਦੇ ਸੀ ਸਾਡੀ ਪਾਰਟੀ 'ਚ ਹੀ ਹੈਗਾ, ਉਸ ਮੁੱਦੇ ਦੇ ਉੱਤੇ ਕੱਲ ਸ਼ਰਦ ਪਵਾਰ ਉਹਨਾਂ ਨੇ ਉਸ ਵੈਨਿਊ ਦਾ ਜਾਇਜ਼ਾ ਲਿੱਤਾ ਜਿਹਦੇ ਵਿੱਚ ਇਹ ਮੀਟਿੰਗ ਹੋਣੀ ਹੈ। ਔਰ ਬਕਾਇਦਾ ਕੁਰਸੀਆਂ ਦੇਖੇ ਕਿ ਮੇਰੀ ਕੁਰਸੀ ਕਿੱਥੇ ਲੱਗੀ ਹੈ ਤੇ ਬਾਕੀ ਕੁਰਸੀਆਂ ਕਿੱਥੇ ਲੱਗੀ ਹੋਈਆਂ। ਇਸ ਜਾਇਜ਼ਾ ਲੈਣ ਤੋਂ ਬਾਅਦ ਇਹ ਗੱਲ ਤੈਅ ਹੋਈ ਕਿ ਸ਼ਰਦ ਪਵਾਰ ਨੂੰ ਲੈ ਕੇ ਜਿਹੜਾ ਸ਼ੱਕ ਇੰਡੀਆ ਦੇ ਵਿੱਚ ਹੈਗਾ ਉਹ ਹੁਣ ਪੱਕੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਦੂਜੇ ਪਾਸੇ ਲਾਲੂ ਪ੍ਰਸਾਦ ਯਾਦਵ ਤੇ ਉਹਨਾਂ ਦੇ ਪੁੱਤਰ ਤੇਜਸਵੀ ਯਾਦਵ, ਜਿੱਦਾਂ ਵਿਆਹ ਦੇ ਵਿੱਚ ਮੇਲ ਇੱਕ ਦੋ ਦਿਨ ਪਹਿਲੇ ਨਹੀਂ ਪਹੁੰਚ ਜਾਂਦਾ, ਉਹ ਵੀ ਕੱਲ ਮੁੰਬਈ ਦੇ ਵਿੱਚ ਪਹੁੰਚ ਗਏ ਸੀ। ਔਰ ਮੁੰਬਈ 'ਚ ਜਾ ਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਵੀ ਕੀਤੀ ਔਰ ਆਪਣੇ ਉਹ ਸਟਾਈਲ ਜਿਸ ਦੇ ਬਾਰੇ 'ਚ ਲਾਲੂ ਪ੍ਰਸਾਦ ਉਹਨਾਂ ਜਾਣੇ ਜਾਂਦੇ ਨੇ, ਉਹ ਕੁਝ ਏਦਾਂ ਦੀ ਗੱਲਾਂ ਕਰਦੇ ਨੇ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ, ਮੋਦੀ ਉਹਨਾਂ ਦੀ ਧੌਣ ਤੇ ਚੜਾਂਗੇ, ਉਸ ਤੋਂ ਇਲਾਵਾ ਮੋਦੀ ਸਾਹਿਬ ਹਾਰਨ ਤੋਂ ਬਾਅਦ ਵਿਦੇਸ਼ ਚਲੇ ਜਾਣਗੇ, ਉੱਥੇ ਚਲੇ ਜਾਣਗੇ, ਉੱਥੇ ਚਲੇ ਜਾਣਗੇ, ਧੌਣ ਤੇ ਗੋਡਾ ਰੱਖਾਂਗੇ। ਪੰਜਾਬੀ ਦਾ ਸ਼ਬਦ ਹੈ ਧੌਣ ਤੇ ਗੋਡਾ ਰੱਖਾਂਗੇ ਮੋਦੀ ਸਾਹਿਬ ਦੇ। ਇਹ ਸ਼ਬਦ ਬੜਾ ਤਿੱਖਾ ਵਰਗਾ ਨਾ। ਲੇਕਿਨ ਜਿਸ ਤਰੀਕੇ ਦੀ ਇਹ ਗੱਲਾਂ ਤੁਰ ਪਈ ਹੈ ਉਹ ਇੱਕ ਤਰੀਕੇ ਨਾਲ ਇੰਡੀਆ ਦੇ ਲੀਡਰਸ਼ਿਪ ਉਹ ਅਪਬੀਟ ਲੱਗਦੀ ਹੈ, ਕਿਉਂਕਿ ਇਹ ਤੀਜੀ ਮੀਟਿੰਗ ਹੈ ਜਦ ਇੰਡੀਆ ਦੇ ਲੀਡਰ, ਇੰਡੀਆ ਅਲਾਈਅੰਸ ਦੀ ਗੱਲ ਕਰ ਰਹੇ, ਜਦ ਇੰਡੀਆ ਕਹਿੰਦੇ ਆ ਤੇ ਕਈ ਵਾਰ ਬੀਜੇਪੀ ਵਾਲੇ ਵੀ ਨਾਰਾਜ਼ ਹੁੰਦੇ ਵੀ ਤੁਸੀਂ ਇਹਨਾਂ ਨੂੰ ਇੰਡੀਆ ਕਿਉਂ ਕਹਿ ਰਹੇ ਹੋ। ਉਹਦੇ ਜਿਹੜਾ ਅਲਾਈਅੰਸ ਦਾ ਉਹਨਾਂ ਨੇ ਨਾਂ ਹੀ ਰੱਖਤਾ ਤੇ ਇੰਡੀਆ ਕਹਿਣਾ ਹੀ ਪੈਣਾ ਹੈ। ਤੇ ਉਸ ਮੁੱਦੇ ਦੇ ਉੱਤੇ ਜ਼ਿਆਦਾ ਇਕੱਠੇ ਕਰਨਗੇ। ਜਿਹੜੀ ਪਾਰਟੀਆਂ ਸ਼ਾਮਿਲ ਹੋ ਰਹੀ ਹੈ ਕਹਿੰਦੇ 26 ਤੋਂ ਵੱਧ ਸਕਦੀਆਂ, ਜਿਹੜੀ ਕੱਲ ਤੋਂ ਮੀਟਿੰਗ ਸ਼ੁਰੂ ਹੋਣੀ ਹੈ, ਹੋ ਸਕਦਾ 27 ਹੋ ਜਾਣ, 28 ਹੋ ਜਾਣ। ਔਰ ਕੁਝ ਪਾਰਟੀਆਂ ਦਾ ਜ਼ਿਕਰ ਚੱਲਿਆ ਹੈ ਕਿ ਉਹ ਇੰਡੀਆ ਦੇ ਲੀਡਰਸ਼ਿਪ ਦੇ ਵਿੱਚ ਟੱਚ ਵਿੱਚ ਹੈ। ਕਨਵੀਨਰ ਤੋਂ ਲੈ ਕੇ ਚੇਅਰਮੈਨ ਤੋਂ ਲੈ ਕੇ 11 ਮੈਂਬਰੀ ਸਦੱਸਿਆ ਜਿਹੜੇ ਬਣਾਏ ਜਾਣੇ ਆ ਉਹ ਵੀ ਇਸ ਮੀਟਿੰਗ ਦੇ ਵਿੱਚ ਫਾਈਨਲਾਈਜ਼ ਹੋਏ ਨੇ। ਔਰ ਸਾਰੇ ਅਲਾਈਅੰਸ ਪਾਰਟਨਰ ਨੂੰ ਇਹ ਗੱਲ ਚੇਚੇ ਤੌਰ ਤੇ ਕਿਹਾ ਹੈ ਕਿ ਤੁਸੀਂ ਆਪਣੀ ਆਪਣੀ ਸੀਟਾਂ ਦੀ ਲਿਸਟ ਲੈ ਕੇ ਆਓ, ਜਿਨ੍ਹਾਂ ਸੀਟਾਂ ਦੇ ਉੱਤੇ ਤੁਸੀਂ ਆਪਣੀ ਪਾਰਟੀ ਨੂੰ ਵਿਨੇਬਲ ਸਮਝਦੇ ਹੋ। ਫਿਰ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਵੀ ਕੋਈ ਗੱਲਬਾਤ ਅੱਗੇ ਚੱਲ ਸਕਦੀ ਹੈ। ਹੁਣ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ 1 ਸਤੰਬਰ ਨੂੰ ਸ਼ਾਮ ਨੂੰ ਹੋਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਜੇ ਕਿਤੇ ਇਹ ਐਲਾਨ ਹੋ ਜਾਂਦਾ ਹੈ ਕਿ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਮਿਲ ਕੇ ਚੋਣਾਂ ਲੜਨਗੇ ਤੇ ਫਿਰ ਸਾਡੇ ਵਾਲਿਆਂ ਨੂੰ ਬੜੀ ਮੁਸੀਬਤ ਆ ਜਾਣੀ ਹੈ, ਕਿਉਂਕਿ ਜਦ ਆਪਾਂ ਬਹੁਤ ਗਾਂਹ ਚਲੇ ਜਾਂਦੇ ਹਾਂ ਨਾ ਕਿਸੇ ਚੀਜ਼ ਦਾ ਵਿਰੋਧ ਕਰਨ ਵਾਸਤੇ ਤੇ ਉਸ ਵਿਰੋਧ ਨੂੰ ਵਾਪਸ ਲੈਣਾ ਵੀ ਉਨਾ ਹੀ ਔਖਾ ਹੁੰਦਾ। ਜੀ ਬਿਲਕੁਲ ਠੀਕ ਹੈ। ਔਰ ਅਗਲੀਆਂ ਖਬਰਾਂ ਦੋ ਭਾਸਕਰ ਸਾਹਿਬ ਤੁਹਾਡੇ ਲੈਣ ਵਾਲੀਆਂ ਬੜੀਆਂ ਕਾਲੀ 'ਚ ਨੇ, ਪਰ ਮੈਨੂੰ ਲੱਗਦਾ ਕਿ ਆਪਾਂ ਸਾਡੀ ਇਸ ਸਰਜਮੀ ਦੇ ਇੱਕ ਖੁਸ਼ਬੂ ਦਾ ਜ਼ਿਕਰ ਜ਼ਰੂਰ ਕਰ ਲਈਏ। ਪੰਜਾਬ ਦੀ ਬਾਸਮਤੀ, ਵੈਸੇ ਤਾਂ ਪਾਕਿਸਤਾਨ ਦੀ ਬਾਸਮਤੀ ਦਾ ਬੜਾ ਜ਼ਿਕਰ ਆਉਂਦਾ, ਬੜੀ ਖੁਸ਼ਬੂਦਾਰ ਹੁੰਦੀ, ਪਰ ਸਾਡੇ ਮਾਝੇ ਦੇ ਵਿੱਚ ਜਿਹੜੀ ਬਾਸਮਤੀ ਉਹ ਵੀ ਪਾਕਿਸਤਾਨ ਵਰਗੀ ਬਾਸਮਤੀ ਹੈ ਤੇ ਇਹਦੇ ਐਕਸਪੋਰਟ ਦੇ ਉੱਤੇ ਰੌਲਾ ਪਿਆ ਹੋਇਆ। ਇੰਦਰਪ੍ਰੀਤ ਜੀ ਇਹਦੇ ਨਾਲ ਸਾਂਝ ਪਵਾਓ, ਇੱਥੇ ਕੀ ਫੈਸਲੇ ਨੇ ਤੇ ਕੀ ਨਹੀਂ ਫੈਸਲੇ। ਰੰਧਾਵਾ ਸਾਹਿਬ, ਕੱਲਾ ਪਾਕਿਸਤਾਨ ਵਾਲੀ ਬਾਸਮਤੀ ਨਹੀਂ, ਅੰਮ੍ਰਿਤਸਰ ਵਾਲੀ ਬਾਸਮਤੀ ਵੀ ਓਨੀ ਇੰਪੋਰਟੈਂਟ ਹੈ, ਕਿਉਂਕਿ ਇਹ ਪੂਰਾ ਇੱਕ ਖਿੱਤਾ ਹੈ, ਪਾਕਿਸਤਾਨ ਤੋਂ ਸ਼ੁਰੂ ਹੋ ਕੇ ਜਿਹੜਾ ਦੇਹਰਾਦੂਨ ਤੱਕ ਆਉਂਦਾ ਹੈ, ਇਹਦਾ ਇੱਕ ਔਰਾ ਹੈ ਜਿਹਦੇ ਕਰਕੇ ਇਸ ਬਾਸਮਤੀ ਦੀ ਇੱਕ ਵੈਲਿਊ ਹੈ ਪੂਰੇ ਕੰਟਰੀ ਦੇ ਵਿੱਚ। ਤੇ ਪੰਜਾਬ ਜਿੰਨਾ ਟੋਟਲ ਐਕਸਪੋਰਟ ਹੁੰਦਾ ਉਹਦਾ 33% ਕੱਲਾ ਪੰਜਾਬ ਚ ਹੁੰਦਾ, ਯਾਨੀ ਇੱਕੋ ਹੀ ਸਟੇਟ ਜਿਹੜੀ ਹੈਗੀ ਹੈ
ਉਹ ਸਭ ਤੋਂ ਜ਼ਿਆਦਾ ਐਕਸਪੋਰਟ ਕਰਦੀ ਹੈ। ਇਹਦੇ 'ਚ ਦਿੱਕਤ ਇਹ ਆ ਗਈ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕਿਹਾ ਵੀ $1200 ਤੋਂ ਜ਼ਿਆਦਾ ਦੀ ਕੀਮਤ ਤੇ ਉਹ ਨਹੀਂ ਕਰ ਸਕਦੇ। ਹੁਣ ਦਿੱਕਤ ਆ, ਇਹ ਪਹਿਲੀ ਵਾਰ ਨਹੀਂ ਆਈਆਂ। ਮੈਂ ਜਦੋਂ ਵੀ ਦੇਖਦਾ, ਸਾਡੀ ਦਿੱਕਤ ਕਿਸਾਨਾਂ ਦੀ ਕੀ ਹੈ ਕਿ ਅਸੀਂ ਜਦੋਂ ਹੀ ਸਾਡਾ ਸੀਜ਼ਨ ਆਉਂਦਾ ਸੀ ਤੁਰੰਤ ਉਹ ਜਾ ਕੇ ਮੰਡੀਆਂ 'ਚ ਜਾਂ ਸ਼ੈਲਰਾਂ 'ਚ ਜਾਂ ਜਿਹਨੂੰ ਵੀ ਅਸੀਂ ਵੇਚਦੇ ਹਾਂ ਉਹਨਾਂ 'ਚ ਸਿੱਟ ਦਿੰਦੇ ਹਾਂ, ਅਸੀਂ ਵੇਚਦੇ ਨਹੀਂ ਹੈਗੇ। ਸਵਾਲ ਵੇਚਣ ਤੇ ਸਿੱਟਣ ਦਾ। ਸਾਡੇ ਕਿਸਾਨ ਐਡੇ ਜੋਗੇ ਨਹੀਂ ਹੈਗੇ ਕਿ ਉਸ ਨੂੰ ਰੋਕ ਕੇ ਰੱਖ ਸਕਣ, ਐਡੀ ਹੋਲਡਿੰਗ ਕੈਪੈਸਿਟੀ ਉਹਨਾਂ ਕੋਲੇ ਨਹੀਂ ਹੈਗੀ। ਇਸੇ ਕਰਕੇ ਉਹ ਬਹੁਤ ਸਾਰਾ ਘਾਟਾ ਖਾਂਦੇ ਆ। ਅਦਰਵਾਈਜ਼ ਜਦੋਂ ਵੀ ਇਸ ਤਰ੍ਹਾਂ ਦਾ ਡਿਸੀਜਨ ਹੁੰਦਾ, ਚਾਹੇ ਦੂਸਰੇ ਪਾਸੋਂ ਹੋਵੇ, ਤੁਸੀਂ ਦੇਖਿਆ ਹੋਣਾ ਇਸ ਤੋਂ ਪਹਿਲਾਂ ਡਿਸੀਜਨ ਦੂਜੇ ਪਾਸੋਂ ਹੁੰਦੇ ਸੀ, ਯਾਨੀ ਜਿਹੜੇ ਸਾਡੇ ਤੋਂ ਨਿਰਯਾਤ ਕਰਵਾਉਂਦੇ ਆ, ਮਤਲਬ ਆਯਾਤ ਕਰਦੇ ਆ ਜਿਹੜੇ ਕੰਟਰੀ, ਚਾਹੇ ਉਹ ਈਰਾਨ ਹੋਵੇ, ਇਰਾਕ ਹੋਵੇ, ਦੂਜੇ ਹੋਰ ਅਰਬ ਮੁਲਕ ਨੇ ਜਿੰਨੇ ਵੀ ਨੇ, ਉਹ ਸਾਡੇ ਤੋਂ ਲੈਂਦੇ ਆ। ਉਹ ਕਹਿੰਦੇ ਹੁੰਦੇ ਆ ਕਿ ਜੀ ਪੰਜਾਬ ਦੀ ਜਿਹੜੀ ਬਾਸਮਤੀ ਹੈ ਇਹਦੇ 'ਚ ਫਰਟੀਲਾਈਜ਼ਰ ਤੇ ਜਿਹੜੀ ਕੈਮੀਕਲਸ ਦੀ ਜਿਹੜੀ ਮਿਕਦਾਰ ਹੈ ਉਹ ਜ਼ਿਆਦਾ ਵੱਧ ਗਈ, ਅਸੀਂ ਆਰਡਰ ਨਹੀਂ ਲਵਾਂਗੇ। ਉਹ ਕਹਿਣਗੇ ਉਦੋਂ ਜਦੋਂ ਸਾਡੀ ਐਨ ਮਤਲਬ ਫਸਲ ਕਟਾਈ ਤੇ ਹੁੰਦੀ ਹੈ। ਬਿਲਕੁਲ ਤੁਸੀਂ ਦੇਖਿਓ 4 5 6 ਸਾਲ ਤੱਕ ਚਲੇ ਜਾਓ ਤੁਸੀਂ ਪਿੱਛੇ, ਬਿਲਕੁਲ ਉਦੋਂ ਕਹਿਣਗੇ ਜਦੋਂ ਸਾਡੀ ਕਟਾਈ ਤੇ ਹੁੰਦੀ ਹੈ। ਯਾਨੀ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਕਿ ਅਸੀਂ ਇਹਨੂੰ ਫਿਰ ਸਿੱਟ ਕੇ ਹੀ ਜਾਈਏ, ਅਸੀਂ ਹੋਲਡ ਨਹੀਂ ਕਰ ਸਕਦੇ ਉਹਨੂੰ। ਤਾਂ ਇੱਕ ਮੈਨੂੰ ਜਿੱਥੇ ਤੱਕ ਲੱਗਦਾ, ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਸਕੈਮ ਹੁੰਦਾ ਹੈ, ਕਿਉਂਕਿ ਬਹੁਤ ਅਰਬਾਂ ਰੁਪਏ ਦਾ ਜਿਹੜਾ ਹੈਗਾ ਇਹ ਨਿਰਯਾਤ ਹੁੰਦਾ ਹੈ। ਇੱਕ ਸਕੈਮ ਹੈ ਵੱਡਾ। ਤੁਸੀਂ ਦੇਖਿਓ ਜਿਸ ਦਿਨ ਹੀ ਮਤਲਬ ਸਾਡੀ ਕਟਾਈ ਪੂਰੀ ਹੋ ਜੂਗੀ, ਸਾਰੇ ਕਿਸਾਨ ਆਪਣਾ ਵੇਚ ਦੇਣਗੇ ਸਮਾਨ, ਸਾਰੇ ਐਕਸਪੋਰਟ ਵੀ ਖੁੱਲ ਜਾਣਗੇ। ਉਹੀ ਈਰਾਨ ਇਹ ਵੀ ਕਹਿ ਦੂਗਾ ਵੀ ਚਲੋ ਠੀਕ ਹੈ ਜੀ, ਅੱਗੇ ਤੋਂ ਇਦਾਂ ਕਰ ਲਿਓ, ਠੀਕ ਕਰ ਲਿਓ, ਇਸ ਵਾਰ ਅਸੀਂ ਲੈ ਲੈਂਦੇ ਹਾਂ। ਇਹ ਹਮੇਸ਼ਾ ਹੀ ਹੁੰਦਾ ਹੈ। ਪਰ ਪਹਿਲਾਂ ਜਿਹੜਾ ਰੇਟ ਸਾਨੂੰ 5200 5500 5700 ਇਸ ਰੇਟ ਤੇ ਮਿਲਣਾ ਹੈ, ਉਹ ਸਾਡਾ 3500 3600 3200 ਜਾਂ 3000 ਤੱਕ ਹੀ ਰਹਿ ਜਾਂਦਾ ਹੈ। 2-2000 ਰੁਪਏ ਪਰ ਕੁਇੰਟਲ ਦਾ ਜਿਹੜਾ ਸਾਨੂੰ ਨੁਕਸਾਨ ਹੁੰਦਾ ਹੈ, ਉਹ ਵਿੱਚੇ ਵੱਡੇ ਜਿਹੜੇ ਕਾਰੋਬਾਰੀ ਬੈਠੇ ਹੈ ਇਹੀ ਖਾਂਦੇ ਆ। ਮਤਲਬ ਮੈਨੂੰ ਇਸ 'ਚ ਕੋਈ ਉਹ ਨਹੀਂ ਲੱਗਦਾ ਹੁੰਦਾ ਵੀ ਇਹ ਕੋਈ ਖਾਸ ਗੱਲ ਹੈ। ਮੈਨੂੰ ਲੱਗਦਾ ਹੁੰਦਾ ਵੀ ਇਹ ਉਸੇ ਸਕੈਮ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੈ ਜਿਹਦੇ ਰਾਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਇਹ ਐਡੀਆਂ ਵੱਡੀਆਂ ਲੌਬੀਆਂ ਹੋ ਗਈਆਂ ਜਿਹੜੀਆਂ ਸਰਕਾਰਾਂ ਨੂੰ ਵੀ ਜਿਹੜਾ ਹੈਗਾ ਪ੍ਰਭਾਵਿਤ ਕਰਦੀਆਂ ਨੇ ਫੈਸਲੇ ਲੈਣ ਦੇ ਉੱਤੇ। ਭਾਸਕਰ ਸਾਹਿਬ, ਅਗਲੀਆਂ 2 ਖਬਰਾਂ ਨੇ, ਪਰ ਆਪਾਂ ਸਭ ਤੋਂ ਪਹਿਲਾਂ ਲੈਣੀ ਆ ਜਿਹੜੀ 100 ਕਰੋੜ ਰੁਪਇਆ ਪੰਚਾਇਤਾਂ ਦੇ ਖਾਤਿਆਂ ਦੇ ਵਿੱਚੋਂ ਨਿਕਲ ਜਾਂਦਾ, ਇਹਨੂੰ ਇੱਕ ਸਕੈਮ ਵਜੋਂ, ਕਥਿਤ ਸਕੈਮ ਵਜੋਂ ਦੇਖਿਆ ਗਿਆ। ਹੁਣ ਅਜੇ ਇਹ ਤਾਂ ਜਾਂਚ ਦੇ ਵਿਸ਼ੇ ਨੇ ਕਿ ਉਹ ਕਿੱਥੇ ਖਰਚ ਹੋਇਆ, ਕਿਹਦੀ ਪਰਮਿਸ਼ਨ ਨਾਲ ਹੋਇਆ, ਉਹਦੇ ਬਿੱਲ ਕਿੱਥੇ ਨੇ ਤੇ ਉਹ ਜਸਟੀਫਿਕੇਸ਼ਨ ਕੀ ਆ, ਇਹ ਤਾਂ ਜਾਂਚ ਵਿੱਚ ਅੱਗੇ ਵਧੂਗਾ। ਪਰ ਜਿਹੜੀਆਂ ਇਹਦੇ ਵਿੱਚ ਕੋਈ ਤੱਥ ਆ ਰਹੇ ਨੇ ਜਾਂਚ ਦੇ ਦੌਰਾਨ ਪਹਿਲਾਂ, ਉਹਨਾਂ ਨਾਲ ਇੱਕ ਸਾਂਝ ਪਵਾ ਦਿਓ। ਤੇ ਫਿਰ ਦੂਜਾ ਮਾਮਲਾ ਸਿਆਸੀ ਸ਼ਰਨ ਦਾ। ਸਿਆਸੀ ਸ਼ਰਨ ਹੁਣ ਇੱਕ ਕਾਰੋਬਾਰ ਬਣ ਕੇ ਰਹਿ ਗਿਆ। ਕਦੇ ਇਹ ਗੱਲ ਤਸਲੀਮ ਕੀਤੀ ਗਈ ਸੀ ਮਾਨ ਦਲ ਵੱਲੋਂ, ਫੈਡਰੇਸ਼ਨਾਂ ਦਾ ਵੀ ਜ਼ਿਕਰ ਹੁੰਦਾ ਰਿਹਾ ਕਿ ਜਿਹੜੇ ਲੈਟਰ ਹੈਡ ਆ ਉਹਨਾਂ ਤੇ ਲਿਖੀਆਂ ਹੋਈਆਂ ਇਬਾਰਤਾਂ ਦੂਜੇ ਦੇਸ਼ਾਂ 'ਚ ਪੱਕੇ ਕਰ ਦਿੰਦੀਆਂ, ਸਿਆਸੀ ਪਨਾਹ ਮਿਲ ਜਾਂਦੀ ਆ, ਔਰ ਉਹਦੇ ਵਿੱਚ ਇੱਕ ਬਹੁਤ ਵੱਡੀ ਜਮਾਤ ਪੈਦਾ ਹੋ ਚੁੱਕੀ ਆ। ਔਰ ਕਈ ਲੋਕ ਤਾਂ ਜਿਨ੍ਹਾਂ ਨੇ ਕਦੇ ਕੋਈ ਪਿੰਡ ਦੇ ਸ਼ਮਸ਼ਾਨ ਘਾਟ ਦੀ ਪ੍ਰਧਾਨਗੀ ਵੀ ਨਹੀਂ ਕੀਤੀ, ਉਹ ਵੀ ਬੰਦੇ ਆਪਣੇ ਆਪ ਨੂੰ ਵੱਡੇ ਲੀਡਰ ਤੇ ਕੌਮ ਲਈ ਲੜਨ ਵਾਲੇ ਦੱਸ ਕੇ ਤੇ ਇਦਾਂ ਦੀਆਂ ਚਿੱਠੀਆਂ ਨਾਲ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਨ ਰਹੇ ਆ। ਖੈਰ, ਮੈਨੂੰ ਇਹ ਦੋਵੇਂ ਚੀਜ਼ਾਂ ਨਾਲ ਸਾਂਝ ਪਾ ਦਿਓ। ਜਿੱਥੇ ਤੱਕ ਲੁਧਿਆਣੇ ਦਾ ਮਾਮਲਾ ਹੈਗਾ, ਉਹ 100 ਕਰੋੜ ਦਾ ਉਹ ਸਕੈਮ ਜਿਹੜਾ 986 ਏਕੜ 6 ਪਿੰਡਾਂ ਦੀ ਜ਼ਮੀਨ ਸਾਈਕਲ ਵੈਲੀ ਦੇ ਵਿੱਚ ਐਕਵਾਇਰ ਹੋਈ ਸੀ, ਉਹਦੀ ਐਵਜ਼ ਦੇ ਵਿੱਚ ਇਹਨਾਂ 6 ਪੰਚਾਇਤਾਂ ਨੂੰ 242 ਕਰੋੜ ਰੁਪਏ ਆਇਆ ਸੀਗਾ। ਔਰ ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਅਖਬਾਰ ਦੇ ਵਿੱਚ ਵਿਸ਼ਵ ਭਾਰਤੀ ਉਹਨਾਂ ਦੀ ਖਬਰ ਛਪੀ ਸੀ, ਉਹਦੇ ਵਿੱਚ 100 ਕਰੋੜ ਦੇ ਇਸ ਸਕੈਮ ਦਾ ਜ਼ਿਕਰ ਹੋਇਆ ਸੀ। ਇਸ ਸਕੈਮ ਦੇ ਉੱਤੇ ਲਾਲਜੀਤ ਭੁੱਲਰ ਉਹਨਾਂ ਨੇ ਇੱਕ ਮੁੱਢਲੀ ਇਨਵੈਸਟੀਗੇਸ਼ਨ ਦਾ ਆਰਡਰ ਕੀਤਾ ਸੀ DDVO ਲੁਧਿਆਣਾ, ਉਹ ਇਹਦੀ ਇਨਕੁਆਇਰੀ ਕਰ ਰਹੇ ਸੀ। ਉਹਨਾਂ ਨੇ ਆਪਣੀ ਰਿਪੋਰਟ ਕੱਲ ਸਬਮਿਟ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਬਹੁਤ ਸਾਰੀ ਗੱਲਾਂ ਇੱਦਾਂ ਦੀ ਨਿਕਲ ਕੇ ਆਈ ਹੈ ਕਿ ਇੱਕ ਧਨਾਂਸੂ ਪਿੰਡ ਜਿਹੜਾ ਸੀਗਾ ਉਹਦੇ ਵਿੱਚ ਤੇ 80 ਲੱਖ ਰੁਪਏ ਇੱਕ ਦਿਨ ਦੇ ਵਿੱਚ ਹੀ 15 ਚੈੱਕਾਂ ਦੇ ਜ਼ਰੀਏ ਕਢਾਏ ਗਏ, ਔਰ ਉਹਦੀ ਵਰਤੋਂ ਕਿੱਥੇ ਹੋਈ ਹਜੇ ਤੱਕ ਇਹ ਵੀ ਨਹੀਂ ਪਤਾ। ਔਰ ਜਦ ਇਹਨਾਂ ਸਾਰੀ ਚੀਜ਼ਾਂ ਦਾ ਰਿਕਾਰਡ BDPO ਤੋਂ ਮੰਗਿਆ ਗਿਆ ਤੇ ਉਹਨਾਂ ਨੇ ਰਿਕਾਰਡ ਵੀ ਨਹੀਂ ਦਿੱਤਾ, ਤੇ ਉਹਨਾਂ ਨੇ ਇਸ ਮਾਮਲੇ ਦੇ ਨੂੰ ਅੱਗੇ ਵਧਾਉਣ ਦੇ ਵਿੱਚ ਜਿੰਨੀ ਕੁ ਅੜਚਨ ਪਾ ਸਕਦੇ ਸੀਗੇ ਉਹ ਪਾਈ। ਇਹ ਸਾਰੀ ਗੱਲਾਂ ਹੁਣ ਅੱਗੇ ਵਧ ਰਹੀਆਂ। ਔਰ 6 ਕਰੋੜ ਦਾ ਮਾਮਲਾ ਵੀ ਇੱਕ ਉਜਾਗਰ ਹੋਇਆ, ਜਿਹਦੇ ਵਿੱਚ ਇੱਕ ਪਿੰਡ ਦੀ ਪੰਚਾਇਤ ਨੇ 6 ਕਰੋੜ ਰੁਪਇਆ ਕਿਸ ਤਰੀਕੇ ਨਾਲ ਕਿਹੜੇ ਕੰਮ ਵਾਸਤੇ ਕਢਾਇਆ। ਇਹ ਇਨਵੈਸਟੀਗੇਸ਼ਨ ਅੱਗੇ ਜ਼ਰੂਰ ਤੁਰ ਰਹੀ ਹੈ। ਔਰ ਜਿਹੜੇ ਪਿੰਡਾਂ ਦੇ ਨਾਂ ਹੈਗੇ ਨੇ ਉਹ ਸਲੇਮਪੁਰੀ, ਅਸੀਂ ਪਹਿਲੇ ਵੀ ਕਹਿ ਚੁੱਕੇ, ਸਲੇਮਪੁਰ, ਸਿਆਲਖਾਨਾ ਔਰ ਬੌਨਪੁਰ,
ਬੋਨਕਰ ਗਾਜਰਾ ਗੁਜਰਾਂ ਔਰ ਕਦਿਆਣਾ ਖੁਰਦ ਤੇ ਕਦਿਆਣਾ ਕਲਾਂ ਔਰ ਇਸ ਤਰ੍ਹਾਂ ਦੀ ਜਿਹੜੀ ਪੰਚਾਇਤਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਪੈਸੇ ਖੁਰਦ ਕੀਤੇ, ਹਜੇ ਤੇ ਮੁੱਢਲੀ ਜਾਂਚ ਹੈਗੀ, ਅੱਗੇ ਚੱਲ ਕੇ ਇਦਾਂ ਦੇ ਬਹੁਤ ਸਾਰੇ ਖੁਲਾਸੇ ਹੋ ਸਕਦੇ ਨੇ। ਔਰ ਗੱਲ ਤੁਸੀਂ ਜਿਹੜੀ ਕੀਤੀ ਕਿ ਵੀ ਨੇਤਾਵਾਂ ਦੇ ਲੈਟਰ ਹੈਡ ਦੇ ਉੱਤੇ ਜਦ ਪੋਲੀਟੀਕਲ ਅਸਾਈਲਮ ਸ਼ਰਨ ਮੰਗੀ ਜਾਂਦੀ ਹੈ ਦੂਜੇ ਦੇਸ਼ ਦੇ ਵਿੱਚ, ਇਦਾਂ ਦੇ ਮਾਮਲੇ ਦੇ ਵਿੱਚ ਵੀ ਇੱਕ ਇਨਵੈਸਟੀਗੇਸ਼ਨ ਹੋਈ ਹੈ ਔਰ ਕਿਹਾ ਜਾਂਦਾ ਹੈ ਕਿ ਪਿਛਲੇ 10 ਸਾਲ ਦੇ ਵਿੱਚ ਟੋਟਲ 8100 ਇਦਾਂ ਦੀ ਐਪਲੀਕੇਸ਼ਨ ਵੱਖ-ਵੱਖ ਦੇਸ਼ਾਂ ਦੇ ਵਿੱਚ ਦਿੱਤੀ ਗਈ, ਜਿਹਦੇ ਵਿੱਚ ਕਿਹਾ ਗਿਆ ਕਿ ਸਾਨੂੰ ਪੋਲੀਟੀਕਲ ਅਸਾਈਲਮ ਦਿਓ ਕਿਉਂਕਿ ਸਾਡੀ ਜਾਨ ਨੂੰ ਭਾਰਤ ਦੇ ਵਿੱਚ ਖਤਰਾ ਹੈ। ਔਰ ਉਹਦੇ ਵਿੱਚੋਂ 4280 ਐਪਲੀਕੇਸ਼ਨਾਂ ਫੇਕ ਪਾਈ ਗਈ, ਯਾਨੀ ਫਾਲਸ ਪਾਈ ਗਈ। ਜੇ ਪੰਜਾਬ ਦੀ ਗੱਲ ਕਰੀਏ ਤੇ ਤਕਰੀਬਨ ਹਰ ਸਾਲ ਇਦਾਂ ਦੀ 200 ਐਪਲੀਕੇਸ਼ਨ ਪੰਜਾਬੀ ਵੱਖ-ਵੱਖ ਦੇਸ਼ਾਂ ਦੇ ਵਿੱਚ ਪਾਉਂਦੇ ਨੇ। ਔਰ ਇਹਦੀ ਜਿਹੜੀ ਆંકੜਾ ਹੈਗਾ, ਜੇ ਆਪਾਂ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤੇ 2023 ਦੇ ਵਿੱਚ ਯਾਨੀ ਜਿਹੜਾ ਸਾਲ ਚੱਲ ਰਿਹਾ 107 ਇਦਾਂ ਦੀ ਐਪਲੀਕੇਸ਼ਨਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਦਿੱਤੀ ਗਈ, ਜਿਹਦੇ ਵਿੱਚ ਪੋਲੀਟੀਕਲ ਸ਼ਰਨ ਲੈਣ ਦੀ ਗੱਲ ਹੈਗੀ ਹੈ। 2022 ਦੇ ਵਿੱਚ 283, 2021 ਦੇ ਵਿੱਚ 200। ਤੋ ਭਾਸਕਰ ਸਾਹਿਬ ਦਾ ਸਾਡੇ ਨਾਲੋਂ ਰਾਬਤਾ ਟੁੱਟ ਰਿਹਾ, ਇੰਟਰਨੈਟ ਕਨੈਕਟੀਵਿਟੀ ਆ ਗਈ ਆ। ਖੈਰ ਆਪਾਂ ਇਸ ਮਾਮਲੇ ਨੂੰ ਅੱਜ ਇੱਥੇ ਹੀ ਨਿਬੇੜਦੇ ਆ ਤੇ ਇਹਨੂੰ ਅਸੀਂ ਅੱਗੇ ਜ਼ਰੂਰ ਪਰਸਿਊ ਕਰਾਂਗੇ ਕਿ ਜਿਹੜੀ ਰਾਸੀ ਪਨਾਹ ਦੇ ਤੌਰ ਤੇ ਕਿੰਨਾ ਕੁਝ ਫੇਕ ਹੁੰਦਾ ਹੈ ਤੇ ਕਿੰਨੀਆਂ ਕੁ ਐਪਲੀਕੇਸ਼ਨਸ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਗਈਆਂ ਨੇ, ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ, ਉਹਨਾਂ ਚੋਂ ਕਿੰਨੇ ਝੂਠੇ ਦਸਤਾਵੇਜ਼ ਸੀ। ਇਹਦੀ ਪੂਰੀ ਰਿਪੋਰਟ ਨੂੰ ਫੋਲੋ ਕਰਦੇ ਆ ਤੇ ਤੁਹਾਡੇ ਰੂਬਰੂ ਰੱਖਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਹਾਂ, ਕੁਝ ਪਿੰਡਾਂ ਦੇ ਨਾਂ ਜਿਹੜੇ ਭਾਸਕਰ ਸਾਹਿਬ ਲੈ ਰਹੇ ਸੀ, ਜੇ ਉਹਦੇ ਵਿੱਚ ਕੋਈ ਸਪੈਲਿੰਗ ਤਾਂ ਠਾ ਕਰਨਾ ਪਏ ਤਾਂ ਜ਼ਰੂਰ ਕਰ ਲਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।